हमारी प्यारी अमृतधारी गुर निमख न मनते टारी रे। दर्शन परसन सरसन हरसन रंग रंगी करतारी रे। खिनरम गुरगम हरदम नहजम हर नानक कंठ उरहारी रे। कृपा करहो दीन के दाते मेरा गुण अवगन ना विचारो कोई। माटी का क्या तो पै स्वामी मानस की गत एही। सतनाम वाहिगुरु साहिब जीओ। राम चुरै दल मेल है अंतर बल अधिकार। बंतर की सेना सेवियै मन तन जुझ अपार। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਪਰਮ ਸਨਮਾਨਯੋਗ ਸਤਸੰਗੀ ਜਨੋ, ਆਪ ਸਾਰੇ ਹੀ ਤੰਤਾ ਦੇ ਯੋਗ ਹੋ, ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਅੱਜ ਦੇ ਖਾਸ ਸਮਾਗਮ ਜ਼ਹੇ ਪਿਚਕਾਰੀਏ ਪੁਰ ਜ਼ਾਫਰਾਨੀ ਕੇ ਹਰ ਬੇਰੰਗਰਾ ਖੁਸ਼ ਰੰਗਬੂ ਕਰਦ गुलाल आवसानिए दस्ते मुबारक ज़मीनो आसमान रा सुरखरू करद। भाई नंद लाल जी की नज़म श्री गुरु गोबिंद सिंह साहब महाराज जी दे लई होले महल्ले की घटना जिहड़ी 1700 ईस्वी च सतगुर जी ने आनंदपुर साहब की धरती ते खालसा साजना दिवस तो बाद एक साल बाद ही 1700 ईस्वी और देसी साल 1757 नानकशाही सम्मत उस धरती ते जिस धरती ते सतगुरु गुरु तेग बहादुर साहब ने कदी तिलक जंजू की रखिया लई दिल्ली वल कूच की सी। ये वो धरती है जिथे सतगुरु गुरु तेग बहादुर साहब किन्ना समा बंदगी इबादत विच टिके ने। ये वो धरती है जिथे सतगुरु गुरु तेग बहादुर साहब जी के सीस का संस्कार होया। ਇਹ ਉਹ ਸੱਚ ਦੀ ਧਰਤੀ ਜਿਹੜੀ ਜ਼ਰ ਜ਼ੋਰੂ ਤੇ ਜ਼ਮੀਨ ਤੋਂ ਨਹੀਂ ਡਰੀ। ਨਗਾੜਿਆਂ ਨੂੰ ਸਿਰਜਣ ਵਾਲੀ ਧਰਤੀ, ਰਣਜੀਤ ਨਗਾੜੇ ਉਸ ਧਰਤੀ ਤੇ ਸਿਰਜੇ ਗਏ, ਨਰਸਿੰਘੇ ਉਸ ਧਰਤੀ ਤੇ ਵੱਜੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵਿੱਦਿਆ ਉਸ ਧਰਤੀ ਤੇ ਪ੍ਰਾਪਤ ਕੀਤੀ। ਸਤਿਗੁਰ ਜੀ ਦੇ ਜੰਗਾਂ ਯੁੱਧਾਂ ਦੀਆਂ ਕਲਾਵਾਂ ਉਸ ਧਰਤੀ ਤੇ ਹੋਈਆਂ। ਸਤਿਗੁਰ ਜੀ ਨੇ ਕਿੰਨੀਆਂ ਕੁ ਰਹਿਮਤਾਂ ਛੈਬਰਾਂ ਆਪਣੀਆਂ ਕਵੀਆਂ ਨੂੰ, 52 ਕਵੀਆਂ ਨੂੰ ਉਸ ਧਰਤੀ ਤੋਂ ਖਜ਼ਾਨੇ ਭਰ ਕੇ ਦਿੱਤੇ। ਇਹ ਉਹੀ ਅਨੰਦਪੁਰ ਸਾਹਿਬ ਦੀ ਧਰਤੀ ਜਿੱਥੇ ਖਾਲਸਾ ਸਾਜਿਆ ਗਿਆ। ਫਿਰ ਉਸੀ ਧਰਤੀ ਤੇ ਸਤਿਗੁਰ ਜੀ, ਜਿਹੜਾ ਕਵੀ ਸੁਮੇਰ ਸਿੰਘ ਲਿਖਦੇ ਨੇ, ਔਰਨ ਕੀ ਹੋਲੀ ਮਮ ਹੋਲਾ ਕਹਿਓ ਕਿਰਪਾ ਨਿਧ ਬਚਨ ਅਮੋਲਾ। ਕੱਲ ਨੂੰ ਹੋਲਾ ਮਹੱਲਾ ਹੈ। ਇਹ 3 ਦਿਨਾਂ ਦਾ ਸਮਾਗਮ ਹੁੰਦਾ ਹੈ। 17, 18 ਔਰ 19 ਤਰੀਕ ਅੱਜ ਇਸ ਮਹੀਨੇ ਹੋਲਾ ਮਹੱਲਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ। ਅੱਜ ਹੋਲੇ ਮਹੱਲੇ ਦੀ ਆਰੰਭਤਾ ਹੈ। ਹੋਲਾ ਮਹੱਲਾ ਖੁੱਲਿਆ ਅੱਜ ਆਨੰਦਪੁਰ ਸਾਹਿਬ ਵਿਖੇ। ਸੋ ਸਤਿਗੁਰ ਜੀ ਦੀ ਇਹ ਬਖਸ਼ਿਸ਼ ਹੈ ਤੇ ਸਤਿਗੁਰ ਜੀ ਨੇ ਇਸ ਹੋਲੇ ਮਹੱਲੇ ਨੂੰ ਸਮਰਪਿਤ ਹੋ ਕੇ ਕਿਲ੍ਹਾ ਹੋਲਗੜ੍ਹ ਦੀ ਸਿਰਜਣਾ ਵੀ ਕੀਤੀ ਹੈ। ਇਹ ਹੋਲਗੜ੍ਹ ਕਿਲ੍ਹਾ ਜਿਹੜਾ ਹੋਲੇ ਮਹੱਲੇ ਨੂੰ ਸਮਰਪਿਤ ਹੈ। ਸੋ ਸਾਹਿਬ ਜੀ ਬਖਸ਼ਿਸ਼ ਕਰਨ, ਆਪ ਅੱਜ ਵਿਚਾਰਾਂ ਸਰਵਣ ਕਰੋਗੇ। ਕੱਲ੍ਹ ਨੂੰ ਅਸੀਂ ਹੋਲੇ ਮਹੱਲੇ ਦੀ ਵਿਚਾਰਾਂ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਸਰਵਣ ਕਰਾਂਗੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ੀ ਹੋਈ ਪਾਵਨ ਧਰਤੀ ਆਨੰਦਪੁਰ ਸਾਹਿਬ ਜੀ ਨੂੰ ਸਿਜਦਾ ਕਰੀਏ। ਸੋ ਉਸ ਧਰਤੀ ਨੂੰ ਇਸਤਕਬਾਲ ਕਰਦੇ ਹੋਏ ਚੜ੍ਹਦੀ ਕਲਾ ਦਾ ਪ੍ਰਤੀਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ੀ ਫਤਿਹ ਸਾਂਝੀ ਕਰੀਏ। ਸਾਰੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਲੋਕ ਆਪ ਜੀ ਸਰਵਣ ਕਰ ਰਹੇ ਹੋ। ਸਲੋਕ 12 ਤੇ ਵਧੀਕ ਦਾ
ਇਹ ਸਿਰਲੇਖ ਹੈ। ਕੱਲ ਤੱਕ ਅਸੀਂ ਜਿਹੜੀ ਵਿਚਾਰ ਸਰਵਣ ਕੀਤੀ ਸੀ 24 ਸਲੋਕਾਂ ਤੱਕ, ਕਿ ਮਨੁੱਖ ਇਸ ਧਰਤੀ ਤੇ ਆਇਆ ਤੇ ਆ ਕੇ ਚਲਾ ਗਿਆ, ਜਿਹੋ ਜਿਹਾ ਆਇਆ ਸੀ ਉਹੋ ਜਿਹਾ ਹੀ ਚਲਾ ਗਿਆ। ਮਾਣੂ ਘੱਲੈ ਉੱਠੀ ਚੱਲੈ ਸਾਧ ਨਾਹੀ, ਇਵੇਹੀ ਗੱਲ ਹੈ। ਉਹਨੇ ਪਾਰਬ੍ਰਹਮ ਪਰਮੇਸ਼ਵਰ ਦੀ ਬਾਣੀ ਦਾ ਆਨੰਦ ਨਹੀਂ ਲਿਆ। ਉਹਨੇ ਆਪਣੇ ਅੰਦਰੋਂ ਜਿਹੜਾ ਬੇਸ਼ੁਮਾਰ ਗੁਣਾਂ ਦਾ, ਬੇਸ਼ੁਮਾਰ ਪਦਾਰਥਾਂ ਦਾ, ਬੇਸ਼ੁਮਾਰ ਮਾਣਕ ਮੋਤੀ ਦੇ ਗੁਣਾਂ ਦਾ ਖਜ਼ਾਨਾ ਸੀ, ਉਹ ਮਨ ਕਰਕੇ ਵਾਂਝਾ ਹੀ ਰਹਿ ਗਿਆ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੇ। ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਇਹ ਅਗਲਾ ਸਲੋਕ ਹੈ। ਭਾਵੇਂ ਇਸ ਧਰਤੀ ਤੇ ਏਕ ਸ਼ਿਵ ਗਏ ਏਕ ਭਏ, ਏਕ ਫਿਰ ਭਏ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਸ੍ਰੀ ਰਾਮਚੰਦਰ ਜੀ, ਕਿਉਂਕਿ ਰਾਮ ਕਹਿਣ ਮੈਂ ਭੇਤ ਹੈ, ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੈ ਕਹੈ ਸੋਈ ਕੌਤਕ ਹਾਰ। ਇਹਦਾ ਜ਼ਿਕਰ ਭਗਤ ਕਬੀਰ ਜੀ ਦੇ ਸਲੋਕਾਂ 'ਚ ਪੜ੍ਹ ਕੇ ਆਇਆ। ਕਬੀਰ ਰਾਮੈ ਰਾਮ ਕਹੋ ਕਹਿਬੇ ਮੈਂ ਵਿਵੇਕ। ਕਿਉਂਕਿ ਇਹਦੇ ਵਿੱਚ ਇੱਕ ਰਮਜ਼ ਹੈ, ਕਿਉਂਕਿ ਏਕ ਅਨੇਕਾ ਮਿਲ ਗਿਆ, ਏਕ ਸਮਾਨਾ ਏਕ, ਕਿ ਇੱਕ ਰਾਮ ਸ਼੍ਰੀ ਚੰਦਰ ਜੀ ਜਿਹੜੇ ਇੱਕ ਆ ਕੇ ਚਲੇ ਗਏ, ਤੇ ਇੱਕ ਰਾਮ ਰਮਿਆ ਹੋਇਆ ਰਮਈਆ ਹੈ, ਜਿਹਨੂੰ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਰਮਈਆ ਕੇ ਗੁਣ ਚੇਤ ਪ੍ਰਾਣੀ, ਜਿਹਨੂੰ ਰਾਮਈਆ ਹੋ ਬਾਰਕ ਤੇਰਾ ਕਬੀਰ ਸਾਹਿਬ ਕਹਿੰਦੇ, ਕਾਹੇ ਨਾ ਖੰਡਸ ਅਵ ਗੁਣ ਮੇਰਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨਾਂ ਦੇ ਵਿੱਚ ਵੀ ਅਸੀਂ ਪਿੱਛੇ ਪੜ੍ਹ ਕੇ ਆਏ ਹਾਂ, ਹੁਣੇ ਭੱਟਾਂ ਦੇ ਸਵਈਆਂ ਦੇ ਵਿੱਚ ਵੀ ਇਹੀ ਮਜ਼ਮੂਨ ਸਾਰਾ ਪੜ੍ਹ ਕੇ ਆਏ ਸਾਂ, ਕਿ ਕਿਸ ਤਰ੍ਹਾਂ ਰਾਮਚੰਦਰ ਜੀ ਦੀ ਲੰਕਾ, ਜਾਂ ਰਾਮਚੰਦਰ ਜੀ ਦਾ ਤਜਵੀਜ਼ ਕਿ ਗੁਰੂ ਰਾਮਦਾਸ ਜੀ ਤੁਹਾਡੀ ਸ਼ੋਭਾ ਸੱਚੀ ਮੁੱਚੀ ਕਿਸੇ ਵੀ ਇਸ ਧਰਤੀ ਦੇ ਰਾਜੇ ਦੇ ਨਾਲ ਮਿਲਾਈ ਨਹੀਂ ਜਾ ਸਕਦੀ, ਕਿਸੇ ਦੇ ਨਾਲ ਲੜਾਈ ਨਹੀਂ ਜਾ ਸਕਦੀ। ਸੋ ਆਓ ਜੀ ਸਲੋਕ ਵੱਲ ਤੁਰੀਏ। ਸ੍ਰੀ ਰਾਮਚੰਦਰ ਜੀ ਕੋਲ ਕਿੰਨੀ ਤਾਕਤ ਸੀ, ਰਾਜੇ ਸਨ, ਔਰ ਰਾਜਾ ਸ਼੍ਰੀ ਰਾਮਚੰਦਰ ਕੋਲ ਦਲ ਸੇਨਾ ਸੀ, ਵਾਨਰ ਸੇਨਾ ਬਾਂਦਰ ਦੀ। ਇੱਕ ਆਵਾਜ਼ ਮਾਰੀ ਤੇ ਉਹ ਇਕੱਠੀ ਹੋ ਗਈ, ਪਰ ਉਹਨਾਂ ਦੇ ਅੰਦਰ ਫਿਰ ਵੀ ਝੋਰਾ ਸੀ। ਝੋਰਾ ਕੀ ਸੀ? ਕਿ ਜਿਹੜੀ ਰੇਖਾ ਖਿੱਚ ਕੇ ਗਈ ਸੀ ਸੀਤਾ ਦੇ ਦੁਆਲੇ, ਉਹ ਰੇਖਾ ਟੱਪ ਕੇ ਉਹ ਬਾਹਰ ਨਿਕਲ ਗਈ। ਬਸ ਉਸ ਰੇਖਾ ਦੇ ਕਰਕੇ ਝੋਰਾ ਰਿਹਾ, ਜੰਗਾਂ ਲੱਗੀਆਂ, ਯੁੱਧ ਲੱਗੇ, ਸਭ ਕੁਝ ਹੋਇਆ। ਲਕਸ਼ਮਣ ਜੀ ਵੀ ਮੂਰਛਿਤ ਹੋ ਗਏ, ਇਹ ਸਾਰਾ ਕੁਝ ਹੋਇਆ। ਬਸ ਇਹ ਇੱਕ ਛੋਟਾ ਜਿਹਾ ਸੰਕੇਤ ਲੈ ਲਓ ਕਿ ਗੁਰੂ ਸ਼ਬਦ ਦੀ ਜਿਹੜੀ ਰੇਖਾ ਹੈ ਨਾ, ਕਦੀ ਵੀ ਗੁਰੂ ਕਾ ਸਿੱਖ ਟੱਪਣ ਦੀ ਹੁਜਤ ਨਾ ਕਰੇ। ਨਹੀਂ ਤੇ ਫਿਰ ਇਸ ਧਰਤੀ ਤੇ ਸ਼੍ਰੀ ਰਾਮਚੰਦਰ ਜੀ ਵੀ ਆਏ, ਜਿਹਨੂੰ ਰਾਜੇ ਕਰਕੇ ਵੀ ਪੂਜਿਆ ਤੇ ਲੋਕਾਂ ਨੇ ਰੱਬ ਕਰਕੇ ਵੀ ਪੂਜਿਆ, ਪਰ ਉਹ ਵੀ ਇੱਥੋਂ ਦੁੱਖ ਹੀ ਸਹੇੜਦੇ ਰਹੇ ਜੰਗਾਂ ਯੁੱਧਾਂ ਦਾ। ਸੁਣੋ ਜੀ, ਰਾਮ ਝੁਰੈ ਦਲ ਮੇਲਵੈ। ਦਲ ਮੇਲਵੈ ਦਾ ਮਤਲਬ ਜੰਗਾਂ ਕੀਤੀਆਂ, ਝੁਰਦੇ ਰਹੇ। ਅੰਤਰ ਬਲ ਅਧਿਕਾਰ, ਬਲ ਵੀ ਸੀ, ਅਧਿਕਾਰੀ ਵੀ ਸਨ, ਕਿਉਂਕਿ ਰਾਜੇ ਸਨ। ਬੰਤਰ ਕੀ ਸੈਨਾ ਸੇਵੀ ਹੈ, ਕਿਉਂਕਿ ਉਹਨਾਂ ਕੋਲ ਵਾਨਰ ਸੇਨਾ ਵੀ ਸੀ ਲੜਨ ਵਾਸਤੇ। ਅੱਗੇ ਜ਼ਿਕਰ ਕੀਤਾ ਮਨ ਤਨ ਜੁਝ ਅਪਾਰ, ਜਿਹੜੀ ਮਨ ਤੇ ਤਨ ਵਾਰ ਕੇ ਸ਼੍ਰੀ ਰਾਮਚੰਦਰ ਲਈ ਲੜਨ ਲਈ ਤਿਆਰ ਸੀ, ਭਾਵ ਰਾਵਣ ਦੇ ਵਿਰੁੱਧ ਉਹ ਆਪਣਾ ਆਪ ਵਾਰਨ ਲਈ ਤਿਆਰ ਸੀ ਜੀ। ਸੀਤਾ ਲੈ ਗਿਆ ਦਹਿ ਸਿਰੋ, ਲਛਮਣ ਮੂਹ ਸਰਾਪ, ਨਾਨਕ ਕਰਤਾ ਕਰਣ ਹਾਰ, ਕਰ ਵੇਖੈ ਥਾਪ ਉਥਾਪ। ਫਿਰ ਇੱਥੇ ਜ਼ਿਕਰ ਕੀਤਾ ਹੋਇਆ ਸੀਤਾ ਲੈ ਗਿਆ ਦਹਿ ਸਿਰੋ, ਲਕਸ਼ਮਣ ਦਾ ਵੀ ਜ਼ਿਕਰ ਕੀਤਾ, ਲਕਸ਼ਮਣ ਮੂਹ ਸਰਾਪ। ਇਹ ਤੇ ਸਭ ਨੂੰ ਪਤਾ ਹੈ ਕਿ ਕੀ ਕੁਛ ਵਾਪਰਿਆ, ਕਿ ਸੀਤਾ ਨੂੰ ਰਾਵਣ ਚੱਕ ਕੇ ਲੈ ਗਿਆ, ਕਿਉਂਕਿ ਉਹ ਰੇਖਾ ਟੱਪ ਕੇ ਰੂਪ ਵਟਾ ਕੇ ਆਇਆ ਰਾਵਣ ਸੀਤਾ ਜੀ ਦੇ ਰੂਪ ਨੂੰ ਦੇਖ ਕੇ ਉਹਨੂੰ ਛਲ ਕੇ ਲੈ ਗਿਆ। ਸੀਤਾ ਲੈ ਗਿਆ ਦਹਿ ਸਿਰੋ, 10 ਸਿਰ ਵਾਲੇ ਭਾਵ ਰਾਵਣ। ਲਕਸ਼ਮਣ ਮੂਹ ਸਰਾਪ, ਤੇ ਲਕਸ਼ਮਣ ਜੀ ਨੂੰ ਕਿਹੜਾ ਸਰਾਪ ਮਿਲਿਆ? ਕਹਿੰਦੇ ਜਿਹੜਾ ਸਰਾਪ ਇੱਕ ਵਾਰੀ ਕਦੀ ਇੱਕ ਰਾਜੇ ਦੀ ਧੀ ਨੂੰ ਵਿਆਹੁਣ ਵਾਸਤੇ ਨਾਰਦ ਨੂੰ ਮਿਲ ਗਿਆ ਸੀ। ਇਹਦਾ ਜ਼ਿਕਰ ਅੱਗੇ ਜਾ ਕੇ ਕਰਦੇ ਹਾਂ। ਨਾਨਕ ਕਰਤਾ ਕਰਨਹਾਰ, ਕਰ ਵੇਖੈ ਥਾਪ ਉਥਾਪ। ਹੁਣ ਇਹ ਕਰਨ ਵਾਲਾ ਵਾਹਿਗੁਰੂ ਹੈ, ਉਹ ਮਾਰਨ ਵਾਲਾ, ਜਿਉਂਦੇ ਕਰਨ ਵਾਲਾ। ਇੱਥੇ ਸਰੀਰਾਂ 'ਚ ਆਏ ਜਿੰਨੇ ਵੀ ਨੇ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਉਹ ਵਾਹਿਗੁਰੂ ਹੀ ਕਰਨ ਵਾਲਾ ਹੈ, ਉਹ ਆਪਣੇ ਆਪ ਥਾਪ ਰਿਹਾ ਤੇ ਉਥਾਪ ਰਿਹਾ। ਕਾਲ ਦੇ ਵਿੱਚ ਕਾਲ ਦਾ ਰੂਪ ਧਾਰ ਕੇ, ਭਾਵ ਸਰੀਰ ਇੱਥੇ ਬਹੁਤੇ ਆਏ ਤੇ ਬਹੁਤੇ ਚਲੇ ਗਏ ਜੀ। ਮਨ ਮਹਿ ਝੂਰੈ ਰਾਮਚੰਦ, ਸੀਤਾ ਲਛਮਣ ਜੋਗ, ਹਣਵੰਤਰ ਆਰਾਧਿਆ,
ਆਇਆ ਕਰ ਸੰਜੋਗ। ਅਗਲਾ ਸ਼ਲੋਕ ਇਹਦੇ ਨਾਲ ਹੀ ਜੁੜਿਆ ਹੋਇਆ ਹੈ। ਸਾਹਿਬ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਨ ਮਹਿ ਝੁਰੈ ਰਾਮਚੰਦ ਸੀਤਾ ਲక్ష్మణ ਜੋਗ। ਸੀਤਾ ਦਾ ਵੀ ਵਿਛੋੜਾ ਪਿਆ, ਫਿਰ ਜੰਗ ਲੜੀ ਤੇ ਜੰਗ ਲੜੀ ਗਈ ਤੇ ਲక్ష్మణ ਜੀ ਵੀ ਮੁਰਛਿਤ ਹੋ ਗਏ, ਉਹਨਾਂ ਨੂੰ ਵੀ ਬਰਛੀ ਲੱਗ ਗਈ। ਕਹਿੰਦੇ ਦੋਨਾਂ ਦਾ ਦੁੱਖ ਸਹੇੜਨਾ ਪਿਆ ਸ਼੍ਰੀ ਰਾਮਚੰਦਰ ਜੀ ਨੂੰ। ਹਣਵੰਤਰ ਆਰਾਧਿਆ, ਫਿਰ ਪੂਰਬਲੇ ਕਰਮ ਸੀ ਹਨੂਮਾਨ ਦੇ ਨਾਲ, ਵਾਨਰ ਸੇਨਾ ਨਾਲ। ਉਹਨਾਂ ਨੂੰ ਚੇਤੇ ਕੀਤਾ ਤੇ ਵਾਨਰ ਸੇਨਾ ਦੇ ਸਰਦਾਰ ਜਿਹਨੂੰ ਹਨੂਮਾਨ ਜੀ ਕਿਹਾ ਉਹ ਪ੍ਰਗਟ ਹੋਏ, ਉਹ ਉੱਥੇ ਆਏ ਸ਼੍ਰੀ ਰਾਮ ਜੀ ਦੀ ਸ਼ਰਨ ਵਿੱਚ ਉਹਨਾਂ ਦਾ ਹੁਕਮ ਮੰਨਣ ਲਈ। ਹਣਵੰਤਰ ਆਰਾਧਿਆ, ਆਰਾਧਿਆ ਦਾ ਮਤਲਬ ਚੇਤਾ ਕੀਤਾ। ਆਇਆ ਕਰ ਸੰਜੋਗ, ਪੂਰਬੇ ਸੰਜੋਗ ਕਰਕੇ ਵਾਨਰ ਸੇਨਾ ਦੇ ਸਰਦਾਰ ਵੀ ਉੱਥੇ ਪਹੁੰਚੇ। ਭੂਲਾ ਦੈਂਤ ਨਾ ਸਮਝਈ, ਪਰ ਰਾਵਣ ਨੂੰ ਇਹ ਨਹੀਂ ਪਤਾ। ਅੱਗੇ ਸਰਵਣ ਕਰੋ ਜੀ। ਭੂਲਾ ਦੈਤ ਨਾ ਸਮਝਈ, ਤਿਨ ਪ੍ਰਭ ਕੀਏ ਕਾਮ। ਨਾਨਕ ਵੇ ਪਰਵਾਹ ਸੋ, ਕਿਰਤ ਨਾ ਮਿਟਈ ਰਾਮ। ਭੂਲਾ ਦੈਂਤ ਨਾ ਸਮਝਈ, ਰਾਵਣ ਨਹੀਂ ਸਮਝਿਆ ਕਿ ਇਹਨਾਂ ਜਪ ਤਪ ਕਰਕੇ ਵੀ ਇੰਦਰੀਆਂ ਦਾ ਜੇ ਵਸ ਨਹੀਂ ਹੈ ਤੇ ਫਿਰ ਕੋਈ ਜਪੀ ਤਪੀ ਨਹੀਂ ਕਹਾਉਂਦਾ, ਫਿਰ ਕੋਈ ਰੱਬ ਦਾ ਨਹੀਂ ਕਹਾਉਂਦਾ, ਕੋਈ ਆਪਣੇ ਆਪ ਨੂੰ ਰੱਬ ਨਹੀਂ ਕਹਿ ਸਕਦਾ। ਰੱਬ ਇਸ ਲਈ ਰੱਬ ਹੈ ਕਿਉਂਕਿ ਉਹਨੂੰ ਅਹੰਕਾਰ ਨਹੀਂ ਹੈ। ਰੱਬ ਨੂੰ ਕਿਉਂ ਅਹੰਕਾਰ ਨਹੀਂ ਹੈ? ਕਿਉਂਕਿ ਰੱਬ ਵਰਗਾ ਕੋਈ ਦੂਜਾ ਨਹੀਂ ਹੈ। ਸਾਡੇ ਵਰਗਾ ਕੋਈ ਦੂਜਾ ਤਾਕਤਵਰ ਹੈ ਤੇ ਸਾਨੂੰ ਅਹੰਕਾਰ ਹੈ। ਸ਼੍ਰੀ ਰਾਮਚੰਦਰ ਤੇ ਰਾਵਣ ਇੱਕ ਦੂਸਰੇ ਤੋਂ ਵੱਧ ਕੇ ਸਨ। ਰਾਵਣ ਕਹਿੰਦਾ ਮੈਨੂੰ ਮਿਲਿਆ ਵਰ ਤੇ ਮੈਨੂੰ ਕੋਈ ਮਾਰ ਨਹੀਂ ਸਕਦਾ, ਤੇ ਸ਼੍ਰੀ ਰਾਮਚੰਦਰ ਕੋਲ ਅਧਿਕਾਰ ਸੀ, ਮੈਂ ਰਾਜਾ ਤੇ ਮੈਂ ਐਸਾ ਤੀਰ ਚਲਾਵਾਂਗਾ ਜਿਹਨੂੰ ਕੋਈ ਰੋਕ ਨਹੀਂ ਸਕੇਗਾ। ਇਹ ਦੋਨੋਂ ਗੱਲਾਂ ਸਨ, ਪਰ ਜਿਹੜੇ ਸਿਰ ਦੇ ਉੱਤੇ ਰੱਬ ਦੇ ਹੁਕਮ ਲਿਖੇ ਹੁੰਦੇ ਨੇ ਨਾ, ਕਹਿੰਦੇ ਇਹ ਇਉਂ ਹੀ ਹੋਣਾ ਸੀ। 14 ਸਾਲ ਦਾ ਬਨਵਾਸ ਵੀ ਕਹਿੰਦੇ ਸ਼੍ਰੀ ਰਾਮਚੰਦਰ ਜੀ ਦੇ ਪੂਰਬਲੇ ਕਰਮਾਂ ਕਰਕੇ ਸੀ ਕਿ ਸਭ ਕੁਝ ਘਰ-ਬਾਰ ਤਿਆਗ ਕੇ ਉਹਨਾਂ ਨੂੰ ਜਾਣਾ ਸੀ, ਇਹ ਕੁਝ ਵਰਤਣਾ ਸੀ। ਫਿਰ ਲਕਸ਼ਮਣ ਦਾ ਮੁਰਛਿਤ ਹੋਣਾ, ਕਹਿੰਦੇ ਨਾਰਦ ਨੇ ਇੱਕ ਵਾਰੀ ਬੇਨਤੀ ਪੁਕਾਰ ਕੀਤੀ, ਕਿਉਂਕਿ ਇੱਕ ਰਾਜੇ ਦੀ ਕੁੜੀ ਦੇ ਨਾਲ ਉਹਨਾਂ ਨੇ ਵਿਆਹ ਕਰਾਉਣਾ ਸੀ। ਇਹ ਪਿੱਛੇ ਪੜ੍ਹ ਕੇ ਆਇਆ ਤੇ ਦੋਨੋਂ ਪਹੁੰਚ ਗਏ। ਇੱਕ ਨਾਰਦ ਵੀ ਪਹੁੰਚ ਗਿਆ ਤੇ ਇਹ ਪਰਬਤ ਰਿਖੀ ਵੀ ਪਹੁੰਚ ਗਿਆ। ਹੁਣ ਉਹਨੇ ਕਿਹਾ ਕਿ ਜੀ ਮੈਂ ਵਿਆਹ ਕਰਾਉਣਾ, ਪਰਬਤ ਰਿਖੀ ਬਾਂਦਰ ਬਣ ਜਾਏ, ਪਰ ਇਹ ਨਹੀਂ ਪਤਾ ਕਿ ਉਸ ਵਰ ਕਰਕੇ ਨਾਰਦ ਜੀ ਦੀ ਮੂਰਤ ਆਪ ਬਾਂਦਰ ਵਰਗੀ ਹੋ ਗਈ ਸੀ। ਇਹ ਜਿਹੜੇ ਪੁਰਾਣਾ ਦੀ ਕਹਾਣੀ ਚੱਲਦੀ ਹੈ, ਸਿਰਫ ਮਿਥਿਹਾਸਕ ਘਟਨਾ, ਮਨ 'ਚ ਸ਼ੰਕਾ ਨਾ ਰਹਿ ਜੇ ਵਿਚਾਰ ਕੀ ਆ ਬਈ ਇਸ ਗੱਲ ਦੀ ਕਿ ਇਹ ਕਿਉਂ ਪੜਿਆ ਜੀ ਅਸੀਂ ਕਿ ਜਿਹਨੂੰ ਸਤਿਗੁਰੂ ਜੀ ਕਹਿੰਦੇ ਲਕਸ਼ਮਣ ਮੂਓ ਸਰਾਪ। ਕਿਹੜਾ ਸਰਾਪ ਸੀ ਲਕਸ਼ਮਣ ਜੀ ਨੂੰ ਲੱਗਿਆ? ਕਹਿੰਦੇ ਉਹ ਇਹ ਸਰਾਪ ਸੀ, ਫਿਰ ਨਾਰਦ ਦੀ ਜਿਸ ਵੇਲੇ ਸ਼ਕਲ ਬਾਂਦਰ ਵਰਗੀ ਹੋ ਗਈ ਸੀ, ਫਿਰ ਨਾਰਦ ਜੀ ਨੇ ਸ਼ਰਾਪ ਦੇਤਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਭਾਵ ਜੋ ਵੀ ਬਲੀ ਹੋਏਗਾ ਇਸ ਧਰਤੀ ਤੇ, ਭਾਵੇਂ ਰਾਜਾ ਪਰ ਬਣੇ ਸ਼੍ਰੀ ਰਾਮਚੰਦਰ ਜੀ, ਕਹਿੰਦੇ ਉਹਨਾਂ ਦਾ ਬਾਂਦਰਾਂ ਤੋਂ ਬਿਨਾਂ ਵੀ ਨਹੀਂ ਸਰੇਗਾ। ਫਿਰ ਕਹਿੰਦੇ ਉਹਨਾਂ ਦੀ ਹੀ ਕੁਲ ਦੇ ਵਿੱਚ ਕੋਈ ਮੁਰਛਿਤ ਵੀ ਹੋਏਗਾ ਜੰਗਾਂ ਦੇ ਵਿੱਚ ਲੜਦਾ ਹੋਇਆ। ਸੋ ਇਹ ਪੁਰਾਣਾ ਦੇ ਵਿੱਚ ਜ਼ਿਕਰ ਹੈ। ਨਾਰਦ ਦਾ ਸ਼ਰਾਪ ਲੱਗਿਆ ਕਿਉਂਕਿ ਰਾਜੇ ਦੀ ਧੀ ਨਾਲ ਵਿਆਹ ਕਰਾਉਣਾ ਸੀ, ਪਰ ਮੂੰਹ 'ਚ ਬੰਦਰ ਦਾ ਚਿਹਰਾ ਲੱਗ ਗਿਆ, ਕਿਉਂਕਿ ਉਥੇ ਪਰਬਤ ਰਿਖੀ ਨੇ ਵੀ ਇਹ ਮੰਗ ਲਿਆ ਸੀ। ਕਹਿੰਦੇ ਬਸ ਇਹ ਹਰੀ ਦੇ ਕਾਰ ਕਮਾਈ ਸੀ। ਇਹ ਵਾਨਰ ਸੇਨਾ ਵੀ ਮਿਲੀ ਰਾਮਚੰਦਰ ਨੂੰ, ਪਰ ਸ਼੍ਰੀ ਲਕਸ਼ਮਣ ਵੀ ਕਹਿੰਦੇ ਉਥੇ ਮੁਰਛਿਤ ਹੋਏ। ਹਣਵੰਤਾ ਆਰਾਧਿਆ, ਫਿਰ ਹਨੂਮਾਨ ਨੂੰ ਬੁਲਾਇਆ ਗਿਆ। ਪਹਿਲਾਂ ਹਨੂਮਾਨ ਜੀ ਨੇ ਕੰਮ ਕੀਤਾ, ਜਾ ਕੇ ਸੀਤਾ ਦੀ ਖਬਰ ਲਈ। ਦੂਸਰਾ ਫਿਰ ਲਕਸ਼ਮਣ ਮੁਰਛਿਤ ਜਿਹੜੇ ਹੋਏ ਸਨ ਉਹਨਾਂ ਨੂੰ ਜੀਵਿਤ ਕਰਨ ਲਈ ਫਿਰ ਉਹ ਬੂਟੀ ਲੈਣ ਵਾਸਤੇ ਤੁਰ ਪਏ, ਜਿਹਨੂੰ ਕਈ ਤਰ੍ਹਾਂ ਦੀ ਹੁਣ ਅੱਜ ਕੱਲ੍ਹ ਦਵਾਈਆਂ ਆਉਂਦੀਆਂ, ਉਸੀ ਨਾਮ ਤੋਂ ਦਵਾਈਆਂ ਜੀ। ਇਹ ਸਾਰੇ ਰਸ ਵਾਲੀ ਬੂਟੀ ਹੈ ਜੀ, ਇਹ ਕਰਨ ਵਾਲੀ। ਕੀ ਨਾਮ ਹੈ ਭਾਈ ਸਾਹਿਬ ਉਸ ਬੂਟੀ ਦਾ ਜਿਹਨੂੰ? ਸੰਜੀਵਨੀ। ਆ ਸੰਜੀਵਨੀ ਬੂਟੀ ਲੈ ਕੇ ਆਏ ਤੇ ਇਹ ਕਹਿੰਦੇ ਇਹ ਸਾਰਾ ਕੁਝ ਚੱਲਿਆ। ਹਣਵੰਤਾ ਆਰਾਧਿਆ, ਆਇਆ ਕਰ ਸੰਜੋਗ, ਭੂਲਾ ਦੈਤ ਨਾ ਸਮਝੀ, ਤਿੰਨ ਪ੍ਰਭ ਕੀਏ ਕਾਮ। ਇਹ ਰੱਬ ਦੇ ਵਰਤਾਏ ਹੋਏ ਸਾਰੇ ਕਾਰਜ ਨੇ। ਨਾਨਕ ਬੇਪਰਵਾਹ ਸੋ, ਉਹ ਰੱਬ ਬੇਪਰਵਾਹ ਹੈ, ਉਹਨੂੰ ਕੋਈ ਡਰ ਨਹੀਂ, ਕਿਸੇ ਦਾ ਭੈ ਨਹੀਂ, ਨਾ ਉਹਨੂੰ ਹਉਮੈ, ਨਾ ਉਹ ਲੜਨਾ ਚਾਹੁੰਦਾ ਹੈ। ਨਾਨਕ ਬੇਪਰਵਾਹ ਸੋ, ਕਿਰਤ ਨਾ ਮਿਟਈ ਰਾਮ। ਇਹ ਸ੍ਰੀ ਰਾਮਚੰਦਰ ਦੇ ਸਿਰ ਤੇ ਸੰਜੋਗ ਲਿਖੇ ਸਨ, ਪੂਰਬਲੇ ਕਰਮ ਲਿਖੇ ਸਨ, ਉਹਨਾਂ ਨੂੰ ਵੀ ਭੋਗਣੇ ਪਏ ਜੀ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਇਹ ਸ਼ਲੋਕ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਲਾਹੌਰ ਸ਼ਹਿਰ ਵੇਲੇ ਅੰਮ੍ਰਿਤ ਵੇਲੇ ਜ਼ਹਿਰ ਕਹਿਰ ਸਵਾ ਤੇ ਪਹਿਰ ਹੁੰਦਾ ਜੀ 3 ਘੰਟਿਆਂ ਦਾ। ਦਿਨ ਦੇ ਵਿੱਚ 4 ਪਹਿਰ, ਰਾਤ ਦੇ 4 ਪਹਿਰ, 3 ਘੰਟੇ ਦਾ ਇੱਕ ਪਹਿਰ ਹੈ।
3.25 ਘੰਟੇ ਸਵੇਰੇ ਅੰਮ੍ਰਿਤ ਵੇਲੇ ਇਹ ਜ਼ਿਕਰ ਕੀਤਾ ਕਿ ਉੱਥੇ ਬੁੱਚੜ ਖਾਣਿਆਂ ਦੇ ਵਿੱਚ ਰੋਲਾ ਰੱਪਾ ਪਿਆ ਹੁੰਦਾ ਹੈ ਕਿ ਇਸ ਤਰ੍ਹਾਂ ਕਿ ਸਵੇਰੇ ਉੱਠਦੇ ਹੀ ਕਸਾਈ ਸ਼ੁਰੂ ਹੋ ਜਾਂਦੇ ਹੈ ਵੱਢਣ ਵਾਸਤੇ, ਗਾਵਾਂ ਮੱਝਾਂ ਔਰ ਇਹ ਸਾਰਾ ਕੁਝ ਕਸਾਈਆਂ ਦੀ ਤਰ੍ਹਾਂ। ਤੇ ਫਿਰ ਸ਼ਾਮ ਦੇ ਵੀ 3.5 ਘੰਟੇ ਬੰਦੇ ਨਸ਼ੇ ਤੇ ਗਫਲਤ ਦੇ ਵਿੱਚ। ਸੰਪਰਦਾਇ ਟੀਕੇ ਵਾਲੇ ਕਹਿੰਦੇ ਲਾਹੌਰ ਸ਼ਹਿਰ ਦੀ ਧਰਤੀ ਉੱਤੇ ਜਿਸ ਵੇਲੇ ਬਾਬਰ ਆਇਆ ਸੀ ਅਹਿਮਨਾਬਾਦ ਤੋਂ ਬਾਅਦ, ਉਹਨੇ ਵੀ ਕਹਿਰ ਢਾਇਆ। ਪਰ ਅਸਲ ਦੇ ਵਿੱਚ ਜਿਹੜੇ ਇਹਦੇ ਜ਼ਿਆਦਾ ਇਸ ਤੁਕ ਦੇ ਨਾਲ ਅਰਥ ਮਿਲਦੇ ਨੇ ਉਹ ਲਾਹੌਰ ਸ਼ਹਿਰ ਦੇ ਲੋਕਾਂ ਵੱਲ ਮਿਲਦੇ ਨੇ ਕਿ ਜਿਹੜੇ ਰੱਬ ਨੂੰ ਭੁੱਲ ਕੇ ਨਸ਼ਿਆਂ ਦੇ ਵਿੱਚ ਤੇ ਗਫਲਤ ਦੇ ਵਿੱਚ ਗਲਤਾਨ ਹੋ ਗਏ ਸੀ। ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਬੰਦਗੀ ਦਾ ਵੇਲਾ ਸੀ ਉਹ ਵੇਲਾ ਜ਼ਹਿਰ ਕਹਿਰ ਤੇ ਸਵਾ ਪਹਿਰ ਇਸ ਵੇਲੇ ਦੇ ਵਿੱਚ ਬਤੀਤ ਹੁੰਦਾ ਹੈ। ਇਹਦੇ ਨਾਲ ਹੀ ਫਿਰ ਲਾਹੌਰ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਇਹ ਸਲੋਕ ਕੀ, ਇਹ ਤੇ ਫਿਰ ਸਦਾ ਹੀ ਸਾਡੇ ਲਈ ਜ਼ਹਿਰ ਕਹਿਰ ਰਹੇਗਾ। ਫਿਰ ਧੰਨ ਗੁਰੂ ਅਮਰਦਾਸ ਜੀ ਨੇ ਲਾਹੌਰ ਦੀ ਸੰਗਤ ਉੱਤੇ ਕਿਰਪਾ ਕਰਕੇ ਇਹ ਸਲੋਕ ਉਚਾਰਿਆ। ਸਰਵਣ ਕਰੋ ਜੀ। ਮਹਿਲਾ ਤੀਜਾ। ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਕਹਿੰਦੇ ਫਿਰ ਗੁਰੂ ਕੇ ਸਿੱਖੋ ਤੁਸੀਂ ਲਾਹੌਰ ਤੋਂ ਆਇਓ ਬੇਨਤੀ ਕਰਨ ਵਾਸਤੇ। ਬਾਣੀ ਦੇ ਵਿੱਚ ਇਹ ਬਚਨ ਹੈ, ਇਹ ਬਚਨ ਹਟਾਇਆ ਤੇ ਨਹੀਂ ਜਾ ਸਕਦਾ ਕਿਉਂਕਿ ਇਹ ਅਟਲਾਦਾ ਹੈ ਗੁਰੂ ਨਾਨਕ ਸਾਹਿਬ ਜੀ ਦਾ ਬਚਨ, ਇਹ ਰੱਬੀ ਬਚਨ ਹੈ। ਹਾਂ, ਪਰ ਹੁਣ ਲਾਹੌਰ ਦੀ ਧਰਤੀ ਤੇ ਗੁਰੂ ਰਾਮਦਾਸ ਜੀ ਦੀ ਆਮਦ ਹੋਈ ਹੈ, ਇਸ ਕਰਕੇ ਉਹ ਵੀ ਸਿਫਤੀ ਦਾ ਘਰ ਹੋਇਆ। ਔਰ ਇਸ ਕਰਕੇ ਗੁਰੂ ਰਾਮਦਾਸ ਜੀ ਨੇ ਕੁਝ ਹੀ ਮੀਲ ਦੂਰ ਲਾਹੌਰ ਤੋਂ ਪੂਰਬ ਵਾਲੇ ਪਾਸੇ, ਲਾਹੌਰ ਤੋਂ ਕਿਉਂਕਿ ਉਹ ਲਹਿੰਦਾ ਪਾਸਾ ਹੈ ਸਾਰਾ, ਕਿਉਂਕਿ ਲਾਹੌਰ ਵਾਲਾ ਇਹ ਚੜ੍ਹਦਾ ਪਾਸਾ ਹੈ। ਇਹ ਜਿੰਨਾ ਕੁ ਅਸੀਂ ਪਾਕਿਸਤਾਨ ਵੱਲ ਜਾਵਾਂਗੇ ਉਹਨੂੰ ਲਹਿੰਦਾ ਕਹਿੰਦੇ ਆ, ਇਹ ਵਾਲਾ ਪਾਸਾ ਚੜ੍ਹਦਾ ਹੈ ਪੰਜਾਬ ਦਾ। ਕਹਿੰਦੇ ਹੁਣ ਲਾਹੌਰ ਤੋਂ ਪੂਰਬ ਵੱਲ ਚੜ੍ਹਦੇ ਕੁਝ ਕੁ ਮੀਲ ਦੀ ਦੂਰ ਤੇ ਧੰਨ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਵਸਾਉਣਗੇ। ਇਸ ਕਰਕੇ ਉਹਨਾਂ ਦੀ ਆਮਦ ਵੀ ਲਾਹੌਰ ਦੀ ਧਰਤੀ ਤੇ ਹੈ ਤੇ ਲਾਹੌਰ ਦੇ ਉੱਤੇ ਪਿਆ ਹੋਇਆ ਇਹ ਭਾਰ ਧੰਨ ਗੁਰੂ ਅਮਰਦਾਸ ਜੀ ਨੇ ਜ਼ਰੂਰ ਕੀਤਾ। ਲਾਹੌਰ ਸ਼ਹਿਰ ਉਹ ਵੀ ਬਖਸ਼ਿੰਦ ਹੋਏਗਾ ਕਿਉਂਕਿ ਉਹਦੇ ਨਾਲ ਹੀ ਅੰਮ੍ਰਿਤਸਰ ਸਿਫਤੀ ਦਾ ਘਰ ਇਹ ਪ੍ਰਗਟ ਹੋਏਗਾ ਜੀ। ਮਹਿਲਾ ਪਹਿਲਾ। ਉਦੋ ਸਾਹੈ ਕਿਆ ਨਿਸ਼ਾਨੀ, ਟੋਟ ਨਾ ਆਵੇ ਅੰਨੀ। ਉਦੋਸੀ ਘਰੇ ਹੀ ਉੱਠੀ, ਕੁੜਈ ਰੰਨੀ ਧੰਮੀ। ਉਦੋ ਸਾਹੇ ਦਾ ਮਤਲਬ ਹੁੰਦਾ ਹੈ ਉਦਮ ਤੇ ਉਤਸ਼ਾਹ ਕਰਨ ਵਾਲਾ ਬੰਦਾ। ਕਹਿੰਦੇ ਉਦਮ ਤੇ ਉਤਸ਼ਾਹ ਵਾਲੀ ਕਿਰਤ ਵਾਲੇ ਬੰਦੇ ਕੋਲ ਇੱਕ ਫਾਇਦਾ ਤੇ ਇਹ ਹੋਏਗਾ ਕਿ ਉਹਦੇ ਘਰ ਦੇ ਵਿੱਚ ਪੈਸੇ ਤੇ ਅੰਨ ਦੀ ਕਦੀ ਕਮੀ ਨਹੀਂ ਆਏਗੀ, ਐ ਢੇਰੀ ਲੱਗੀ ਰਹੇਗੀ ਪੈਸਿਆਂ ਦੀ। ਪਰ ਇੱਕ ਗੱਲ ਯਾਦ ਰੱਖਿਓ, ਕੱਲਾ ਕੰਮ ਕਾਜ ਵਾਲਾ ਉਦਮ ਨਾ ਕਰੀ ਜਾਇਓ। ਕੱਲੇ ਕੰਮ ਕਾਜ ਵਾਲੇ ਉਦਮ ਸਾਊ ਸਾਈ ਹੋਣ ਵਾਲੇ ਬੰਦੇ ਪੈਸੇ ਤੇ ਬੜਾ ਕਮਾ ਲੈਂਦੇ ਆ, ਪਰ ਉਹ ਫਿਰ ਅੱਗੇ ਕਲੇਸ਼ ਦੀ ਜੜ ਵੀ ਬਣਦੀ ਹੈ। ਤੇ ਇਸ ਕਰਕੇ ਕੱਲਾ ਉਤਸ਼ਾਹ ਨਹੀਂ, ਕਿਰਤ ਦਾ, ਬੰਦਗੀ ਦਾ ਵੀ, ਸਤਿਗੁਰੂ ਦੀ ਕੀਰਤੀ ਦਾ ਵੀ ਉਤਸ਼ਾਹ ਲੈ ਕੇ ਆਇਓ। ਮਹਾਰਾਜ ਜੀ ਦਾ ਬਚਨ ਉਦੋ ਸਾਹੇ ਕਿਆ ਨਿਸ਼ਾਨੀ। ਵੈਸੇ ਸੰਪਰਦਾਇ ਟੀਕੇ ਵਾਲੇ ਭਾਈ ਉਦੋ ਸ਼ਾਹ ਦਾ ਜ਼ਿਕਰ ਕਰਦੇ ਆ, ਪਰ ਉਹ ਗੱਲ ਨਹੀਂ ਬਣਦੀ ਇੱਥੇ। ਉਦੋ ਸ਼ਾਹੇ ਦਾ ਮਤਲਬ ਕਿ ਸ਼ਾਹੂਕਾਰ ਕੰਮ ਕਰਨ ਵਾਲਾ, ਸਾਊ ਸਾਊ ਹੋ ਕੇ ਕੰਮ ਕਰਨ ਵਾਲਾ, ਸਾਰਾ ਦਿਨ ਕੰਮੇ ਲੱਗਣ ਵਾਲਾ। ਕੀ ਨਿਸ਼ਾਨੀ ਹੋਏਗੀ? ਟੋਟ ਨਾ ਆਵੇ ਅੰਨੀ, ਉਹਦੇ ਘਰ ਵਿੱਚ ਪੈਸਿਆਂ ਦੀ, ਅੰਨ ਦੀ ਕਮੀ ਨਹੀਂ ਹੋਏਗੀ। ਪਰ ਅਗਲਾ ਜ਼ਿਕਰ ਸਤਿਗੁਰੂ ਜੀ ਕਹਿੰਦੇ ਉਦੋ ਸਿਹੀ ਘਰੇ ਹੀ ਉੱਠੀ, ਕੁੜੀ ਰੰਨੀ ਧੰਮੀ। ਪਰ ਇੱਕ ਗੱਲ ਹੋਰ ਯਾਦ ਰੱਖਿਓ ਕਿ ਉਸ ਬੰਦੇ ਦੇ ਘਰ ਉਹ ਤੇ ਆਪ ਸਾਰਾ ਦਿਨ ਕਿਰਤ ਵਿਹਾਰਾਂ 'ਚ ਫਸਿਆ ਹੋਇਆ, ਪਰ ਪਿੱਛੇ ਕੀ ਹੋ ਰਿਹਾ? ਤੇ ਆ ਕੇ ਸ਼ਾਮੀ ਜਦ ਉਹ ਬੈਠਦਾ ਘਰ ਦੇ ਵਿੱਚ, ਕਿੱਥੇ ਬੰਦਗੀ ਨਹੀਂ। ਜਿਹੜਾ ਸਮਾਂ ਸੋਦਰਦਾ ਹੈ ਤੇ ਫਿਰ ਉਹ ਸਮਾਂ ਵਿਕਾਰਾਂ ਦਾ ਬਤੀਤ ਹੁੰਦਾ, ਉਹ ਸਮਾਂ ਦੂਸਰੀ ਗਫਲਤ ਦੇ ਵਿੱਚ, ਰੋਲੇ ਰੱਪੇ ਦੇ ਵਿੱਚ ਤੇ ਕਲੇਸ਼ਾਂ ਵਿੱਚ ਬਤੀਤ ਹੁੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਕੱਲੇ ਬਾਹਰ ਦੀ ਮਾਇਆ ਨਹੀਂ, ਜੇ ਬੰਦਗੀ ਕਰਨ ਵਾਲਾ ਬੰਦਾ ਕੋਈ ਘਰ ਵਿੱਚ ਆਉਂਦਾ ਹੈ ਤੇ ਫਿਰ ਉਹ ਘਰ ਪਵਿੱਤਰ ਹੁੰਦਾ ਹੈ। ਪਰ ਜੇ ਘਰ ਦੇ ਵਿੱਚ ਬੰਦਗੀ ਨਹੀਂ, ਉਦੋਂ ਅਸੀਂ ਘਰੇ ਹੀ ਉੱਠੀ, ਉੱਠੀ ਦਾ ਮਤਲਬ ਵਸਣਾ, ਕੂੜੀ ਰੰਨੀ ਧੰਮੀ, ਜਿਹਨੂੰ ਮਹਾਰਾਜ ਜੀ ਦੀ ਬਾਣੀ ਕਿ ਇਹ ਸੱਚੀ ਗੱਲ ਹੈ। ਚੋਰਾਂ ਜਾਰਾਂ ਰੰਡੀਆਂ ਕੁੱਟੜੀਆਂ ਦੀਵਾਨ, ਵੇਦੀ ਨਾ ਕੀ ਦੋਸਤੀ ਵੇਦੀ ਨਾ ਕਾ ਖਾਣ। ਜਿੱਥੇ ਰੱਬ ਦੀ ਬੰਦਗੀ ਨਹੀਂ ਉੱਥੇ ਦੋਸਤੀ ਵੀ ਫਿਰ ਮਨਮੁੱਖਾਂ ਵਾਲੀ ਹੈ। ਉੱਥੇ ਫਿਰ ਲਾਈਕ ਮਾਈਂਡਡ ਪੀਪਲ ਨੇ ਜਿਹੜੇ ਰੱਬ ਨੂੰ ਨਹੀਂ ਚੇਤੇ ਕਰਦੇ। ਫਿਰ ਉੱਥੇ ਸੁੱਖ ਨਹੀਂ ਹੁੰਦਾ, 2 ਘੜੀਆਂ ਦਾ ਸੁੱਖ ਹੁੰਦਾ, ਬੰਦਾ ਪਰੇਸ਼ਾਨ ਰਹਿੰਦਾ। ਆਓ ਜੀ ਅੱਗੇ ਇਹ ਥੋੜੀ ਜੀ ਹੋਰ ਸਰੀਰ ਰੂਪੀ ਘਰ ਦੀ ਵੀ ਰਮਜ਼ ਖੋਲੇਗਾ। ਸ਼ਬਦ ਸਰਵਣ ਕਰੋ ਜੀ। ਸੱਤੀ ਰੰਨੀ ਘਰੇ ਸਿਆਪਾ, ਰੋਵਣ ਕੂੜੀ ਕਮੀ। ਜੋ ਲੇਵੈ ਸੋ ਦੇਵੈ ਨਾਹੀ,
ਖੱਟੇ ਦਮ ਸਹਮੀ। ਜਿਹੜਾ ਬੰਦਾ ਉਦੋਸੀ ਹੋ ਜਾਂਦਾ ਹੈ ਨਾ, ਫਿਰ ਪੈਸੇ ਕਮਾਉਣ ਦਾ ਬਹੁਤ ਜ਼ਿਆਦਾ ਲਾਲਚੀ ਹੋ ਜਾਂਦਾ ਹੈ, ਉਹਨੂੰ ਫਿਰ ਇਹ ਆਪਣੀ ਕਿਰਤ ਤੇ ਵੀ ਮਾਣ ਹੁੰਦਾ ਹੈ। ਉਹਨੂੰ ਇਹ ਹੁੰਦਾ ਕਿ ਚਾਰ ਪੈਸੇ ਜੇ ਕਿਸੇ ਤੋਂ ਫੜ ਵੀ ਲਏ ਜਾਣ ਤੇ ਵੱਧ ਹੋ ਜਾਣ, ਉਧਰੋਂ ਵੀ ਫੜ ਲੈਂਦਾ, ਉਧਰੋਂ ਵੀ ਫੜ ਲੈਂਦਾ, ਉਧਰੋਂ ਵੀ, ਬਸ ਲਈ ਜਾਣਾ, ਦੇਣ ਦੀ ਵਾਰੀ ਆਣੀ ਤੇ ਫਿਰ ਮੁੱਕਰ ਜਾਣਾ। ਇਹਦੇ ਦੋ ਅਰਥ ਨੇ। ਪਹਿਲਾ, ਸੱਤੀ ਰੰਨੀ ਘਰੇ ਸਿਆਪਾ। ਭਾਈ ਜੇ ਘਰ ਦੇ ਵਿੱਚ ਮੰਗੀ ਹੋਈ ਦੌਲਤ ਆਏਗੀ ਨਾ ਕਿਸੇ ਦੀ, ਫਿਰ ਘਰ ਦੇ ਵਿੱਚ ਸਿਆਪਾ ਹੀ ਰਹੇਗਾ ਦਿਨ ਰਾਤ। ਇਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ। ਸੱਤੀ ਰੰਨੀ ਕੇ ਰੰਨ ਜਿਹੜੇ ਘਰ ਦੇ ਵਿੱਚ ਇੱਕ ਹੋਏ ਤੇ ਭਾਵੇਂ ਸੱਤ ਹੋਣ, ਜਿੰਨੀਆਂ ਮਰਜ਼ੀਆਂ ਰੰਨਾਂ ਹੋ ਜਾਣ, ਘਰ ਦੇ ਵਿੱਚ ਸਿਆਪੇ ਹੀ ਸਿਆਪੇ ਨੇ। ਤੂੰ ਕਹੇ ਇੱਕ ਨਹੀਂ ਮੈਂ ਦੂਸਰੀ ਰੱਖ ਲਾਂ, ਦੂਸਰੀ ਤੋਂ ਤੀਸਰੀ ਸੁੱਖ। ਮਹਾਰਾਜ ਕਹਿੰਦੇ ਸਿਆਪਾ ਹੈ ਰੋਵਨ ਕੂੜੀ ਕੰਮੀ। ਕੂੜੀ ਕੰਮ ਵੈਸੇ ਸਰੀਰ ਨੂੰ ਵੀ ਆਖਿਆ। ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਸਰੀਰ ਦੇ ਜਿਹੜੇ 7 ਦਰਵਾਜ਼ੇ ਨੇ ਨਾ, ਕਹਿੰਦੇ ਉਹ ਮੋਢਿਆਂ ਤੋਂ ਉੱਤੇ ਨੇ। ਕਹਿੰਦੇ ਇਹ 7 ਦਰਵਾਜ਼ੇ, ਇਹ ਸੱਤੀ ਰੰਨੀ ਘਰੇ ਸਿਆਪਾ। ਆ ਸਿਆਪਾ ਹੀ ਪਾਈ ਜਾਣਗੇ। ਪਰਾਈ ਦੌਲਤ, ਪਰਾਇਆ ਤਨ, ਪਰਾਇਆ ਧਨ, ਕੂੜ ਬੋਲਣਾ, ਝੂਠ ਬੋਲਣਾ, ਗਫਲਤ ਸੁਣਨੀ, ਆਹੀ ਸਿਆਪਾ ਰਹੇਗਾ। ਅਗਲਾ ਬਚਨ, ਜੋ ਲੇਵੈ ਸੋ ਦੇਵੈ ਨਾਹੀ। ਹੁਣ ਜਿਹੜਾ ਕਿਰਪਨ ਕਠੋਰ ਬੰਦਾ ਹੈ ਨਾ, ਮਹਾਰਾਜ ਜੀ ਦੀ ਬਾਣੀ ਇਹ ਕਹਿੰਦੀ ਹੈ ਕਿ ਅਸੀਂ ਬੜੇ ਕਿਰਪਨ, ਬਹੁਤੇ ਫੇਰ ਪਏ ਕਿਰਪਨ ਕੋ। ਮਹਾ ਕੰਜੂਸ ਬੰਦਾ, ਕਿਉਂਕਿ ਕੰਜੂਸ ਤੋਂ ਬਿਨਾਂ ਮਹਾਰਾਜ ਕਹਿੰਦੇ ਇਹ ਧਨ ਟਿਕਦਾ ਨਹੀਂ ਘਰ ਦੇ ਵਿੱਚ, ਕੰਜੂਸੀ ਕਰਨੀ ਪੈਂਦੀ ਹੈ। ਪਰ ਜਿਹੜੇ ਬੰਦੇ ਦੇ ਹਿਰਦੇ 'ਚ ਬੰਦਗੀ ਨਹੀਂ, ਫਿਰ ਉਹ ਦਾਨ ਦੇਣਾ ਤੇ ਦੂਰ, ਜਿਸ ਤੋਂ ਪੈਸੇ ਲੈ ਕੇ ਆਇਆ ਉਸ ਤੋਂ ਦੇਣ ਤੋਂ ਵੀ ਮੁੱਕਰ ਜਾਂਦਾ। ਤੇ ਫਿਰ ਮਹਾਰਾਜ ਕਹਿੰਦੇ ਜੇ ਕਿਸੇ ਦੇ ਘਰ ਦੇ ਵਿੱਚ ਕਿਸੇ ਦਾ ਧਨ ਪਿਆ ਤੇ ਫਿਰ ਇਹ ਬਈ ਮੋੜ ਦਈਏ, ਇਹ ਯਤਨ ਕਰੀਏ ਮੋੜਨ ਦਾ, ਜਿੰਨਾ ਯਤਨ ਹੋ ਸਕਦਾ ਮੋੜ ਦਈਏ। ਕਿਉਂਕਿ ਬੰਦਗੀ ਕਰਨ ਵਾਲਿਆਂ ਦੀ ਇਹ ਅਰਦਾਸ ਹੁੰਦੀ ਹੈ ਕਿ ਹਾਂ ਮੰਗੋ ਸੰਤਨ ਰੇਨਾ ਮੈਂ ਨਾ ਹੀ ਕਿਸੇ ਕਾ ਦੇਣਾ। ਇਹ ਨਾ ਦੇਣਾ ਹੋਵੇ, ਬਦਸੀਸਾਂ ਨਾ ਹੋਣ ਕਿਸੇ ਦੀਆਂ। ਫਿਰ ਜੇ ਜੋ ਲੇਵੈ ਸੋ ਦੇਵੈ ਨਾਹੀ, ਖੱਟੇ ਦਮ ਸਹਮੀ। ਸਹਮ ਡਰ, ਸਹੰਸਾ, ਇਹ ਉਹ ਜੀ ਉੱਥੇ ਨਾ ਟਕਰ ਜਾਏ, ਰਸਤੇ ਬਦਲ ਜਾਏਗਾ, ਉਹਨੂੰ ਵੀ ਦੇਣਾ, ਇੱਧਰ ਨਾ ਜਾਵਾਂ ਉੱਧਰ। ਮਹਾਰਾਜ ਕਹਿੰਦੇ ਸਾਰਾ ਜੀਵਨ ਸਹਮ, ਡਰ ਔਰ ਦੁੱਖਾਂ ਵਿੱਚ ਬਤੀਤ ਹੁੰਦਾ ਹੈ। ਕੱਲੀ ਬੰਦਗੀ ਕਰਨੀ ਜਾਂ ਪਾਠ ਪੜ੍ਹ ਲੈਣਾ ਗੁਰੂ ਨਾਨਕ ਸਾਹਿਬ ਦੀ ਬੰਦਗੀ ਸਿੱਖਿਆ ਨਹੀਂ। ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਕਮਾਉਣਾ, ਇਹ ਵੱਡੀ ਸਿੱਖੀ ਦੀ ਦਾਤ ਹੈ ਜੀ। ਪੱਬਰ ਤੂੰ ਹਰਿਆਵਲਾ, ਕਵਲਾ ਕੰਚਨ ਵਨ, ਕੈ ਦੋਖੜੈ ਸੜਿਓ ਹੈ, ਕਾਲੀ ਹੋਈਆ ਦੇਹੁਰੀ, ਨਾਨਕ ਮੈਂ ਤਨ ਭੰਗ। ਫਿਰ ਪੈਸਾ ਬਹੁਤ ਹੈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਪ ਜੀ ਨਹੀਂ ਹੈ, ਜਪ ਨਹੀਂ ਹੈ, ਬੰਦਗੀ ਨਹੀਂ ਹੈ, ਸੋਦਰ ਨਹੀਂ ਹੈ, ਸੋਹਿਲਾ ਨਹੀਂ ਹੈ, ਬਾਬਾਣੀਆਂ ਕਹਾਣੀਆਂ ਨਹੀਂ ਹੈ। ਫਿਰ ਕੀ ਹਾਲ ਹੋਏਗਾ? ਮਹਾਰਾਜ ਕਹਿੰਦੇ ਫਿਰ ਦਿਸਦਾ ਹੋਇਆ ਸਾਰਾ ਪਸਾਰਾ ਸੜਨਾ ਸ਼ੁਰੂ ਹੋ ਜਾਏਗਾ। ਕਿਸ ਤਰ੍ਹਾਂ? ਪੱਬਰ ਤੂੰ ਹਰਿਆਵਲਾ। ਪੱਬਰ ਕਹਿੰਦੇ ਸਰੋਵਰ ਨੂੰ, ਜਿਹੜਾ ਪਾਦੂਕਾ ਕਹਿੰਦੇ ਆ ਜੀ ਕਮਲ ਦੇ ਫੁੱਲ, ਉਹਨਾਂ ਤੋਂ ਭਰਿਆ ਹੋਇਆ ਸਰੋਵਰ। ਪੱਬਰ ਤੂੰ ਹਰਿਆਵਲਾ, ਸੋਹਣਾ ਲੱਗਦਾ। ਗੁਰੂ ਨਾਨਕ ਸਾਹਿਬ ਯਾਤਰਾਵਾਂ 'ਚ ਲੰਘੇ ਨੇ ਤੇ ਇੱਕ ਸਰੋਵਰ ਦੇ ਕੰਢੇ ਬੈਠੇ ਸਨ। ਪਹਿਲਾਂ ਬੜੀ ਹਰਿਆਵਲ ਸੀ, ਬੜੇ ਪੰਛੀ, ਤਿਤਲੀਆਂ, ਭੌਰੇ ਰੰਗ, ਲੋਕੀ ਵੀ ਆਉਂਦੇ ਉੱਥੇ, ਹਰਿਆਵਲ ਸੀ, ਖੁਸ਼ਬੂਆਂ। ਪਰ ਜਦ ਥੋੜ੍ਹੇ ਕੁ ਸਮੇਂ ਬਾਅਦ ਲੰਘ ਕੇ ਫਿਰ ਵਾਪਸ ਆਏ, ਫਿਰ ਉਹੀ ਤਲਾਬ ਸਰੋਵਰ ਸੜ ਗਿਆ ਸੀ, ਸੁੱਕ ਗਿਆ ਸੀ। ਤੇ ਗੁਰੂ ਨਾਨਕ ਸਾਹਿਬ ਨੇ ਫਿਰ ਤਲਾਬ ਨੂੰ ਹੀ ਪੁੱਛਿਆ, ਭਲਿਆ ਚੰਦ ਕੁ ਮਹੀਨਿਆਂ ਪਹਿਲਾਂ ਇੰਨੀ ਰੌਣਕ ਸੀ, ਇੰਨਾ ਖੁਸ਼ਬੂਆਂ ਸੋਨੇ ਦੀ ਤਰ੍ਹਾਂ ਰੌਣਕਾਂ ਲੱਗੀਆਂ ਸੀ, ਚਮਕ ਧਮਕ ਸੀ, ਹੁਣ ਸਭ ਕੁਝ ਹੁਣ ਤੇ ਮੁਸ਼ਕਿਆ ਪਿਆ, ਹੁਣ ਤੇ ਲਾਗੋਂ ਲੰਘਿਆਂ ਵੀ ਨੱਕ ਨੂੰ ਬੰਦ ਕਰਨਾ ਪੈਂਦਾ। ਹੁਣ ਭੌਰੇ ਕੀ ਆਉਣੇ, ਹੁਣ ਤੇ ਕੀੜੇ ਪਏ ਹੋਏ ਨੇ, ਮੁਸ਼ਕਾਟ ਹੈ। ਕਾਰਨ ਕੀ ਹੈ? ਇਹ ਗੁਰੂ ਨਾਨਕ ਸਾਹਿਬ ਜੀ ਨੇ ਪੱਬਰ ਭਾਵ ਸਰੋਵਰ ਨਾਲ ਗੱਲਬਾਤ ਕੀਤੀ ਤੇ ਸਮਝਾਇਆ ਸਾਨੂੰ ਹੈ। ਮਹਾਰਾਜ ਕਹਿੰਦੇ ਜੇ ਅੰਦਰ ਦਾ ਸਰੋਵਰ ਅਸਲ ਸੋਮੇ ਨਾਲ ਜੁੜਿਆ ਰਹੇਗਾ ਤੇ ਫਿਰ ਹਰਿਆਵਲਾ ਰਹੇਗਾ, ਜੇ ਸੋਮੇ ਨਾਲ ਟੁੱਟ ਗਿਆ ਫਿਰ ਤੇ ਸੜਨ ਦੀ ਹੀ ਹੈ ਜੀ। ਪੱਬਰ ਤੂੰ ਹਰਿਆਵਲਾ, ਕਵਲਾ ਕੰਚਨ ਵਨ, ਕਮਲ ਦੇ ਫੁੱਲ ਖਿੜੇ ਹੋਏ ਸਨ ਕੰਚਨ ਵਰਗੇ। ਵਨ ਕਹਿੰਦੇ ਸੋਹਣੇ ਰੰਗ ਵਾਲੇ, ਅੰਦਰ ਗਿਆਨ ਦੇ ਕਮਲ ਦੇ ਫੁੱਲਾਂ ਦਾ ਜ਼ਿਕਰ ਹੈ ਜੀ। ਕਹਿ ਦੋਖੜਾ ਸੜਿਓ ਹੈ, ਕਾਲੀ ਹੋਈਆ ਦੇਹੁਰੀ। ਕਿਹੜੇ ਦੁੱਖ ਕਰਕੇ ਸੜ ਗਿਆ ਤੇਰਾ ਸਾਰਾ ਪਸਾਰਾ, ਜਿਹੜਾ ਕੰਚਨ ਵਰਗਾ ਸੋਹਣਾ ਸੀ, ਸੜ ਕੇ ਰਾਖ ਹੋ ਗਿਆ। ਅੱਗੇ ਨਾਨਕ ਮੈਂ ਤਨ ਭੰਗ, ਕਹਿੰਦੇ ਤਨ ਦੇ ਵਿੱਚ ਭੰਗ ਪੈ ਗਈ ਹੈ। ਭੰਗ ਦਾ ਮਤਲਬ ਰੁਕਾਵਟ, ਟੁੱਟ ਗਿਆ। ਕਾਰਨ ਕਹਿੰਦੇ ਕੀ? ਜਾਣਾ ਪਾਣੀ ਨਾ ਲਹਾਂ, ਕਿ ਸੱਚੇ ਪਾਤਸ਼ਾਹ ਜੀ ਜਾਣਾ ਪਾਣੀ ਨਾ ਲਹਾਂ, ਜੈ ਸੇਤੀ ਮੇਰਾ ਸੰਗ। ਕਿ ਜਦ ਤੁਸੀਂ ਇੱਥੇ ਆਏ ਸੀ ਤੇ ਮੇਰਾ ਜਿਹੜਾ ਪਿੱਛੋਂ ਪਾਣੀ ਵਹਿੰਦਾ ਸੀ ਨਾ, ਨਦੀ ਦੇ ਨਾਲ ਸੋਮਾ ਜੁੜਿਆ ਹੋਇਆ ਸੀ।
ਉਹ ਵਹਿੰਦੇ ਪਾਣੀ ਨਾਲ ਸੋਮਾ ਸੀ ਤੇ ਇਹਦੇ ਵਿੱਚ ਪਾਣੀ ਭਰਦਾ ਰਹਿੰਦਾ ਸੀ। ਉਸ ਸੋਮੇ ਤੋਂ ਮੇਰਾ ਹੁਣ ਪੂਰਨ ਤੌਰ ਤੇ ਰਿਸ਼ਤਾ ਟੁੱਟ ਗਿਆ, ਲਿੰਕ ਟੁੱਟ ਗਿਆ। ਹੁਣ ਉਹ ਪਾਣੀ ਵਹਿੰਦਾ ਪਾਣੀ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਹੁਣ ਦੋਸਤੀ ਟੁੱਟ ਗਈ ਹੈ। ਕਹਿੰਦੇ ਫਿਰ ਕਹਿੰਦੇ ਖੜਦਾ ਖੜਦਾ ਪਾਣੀ ਸੁੱਕਦਾ ਸੁੱਕਦਾ ਕਹਿੰਦੇ ਬਸ ਕਹਿੰਦੇ ਇਹ ਸੜਾਂਦ ਦੇ ਵਿੱਚ ਬਦਲ ਗਿਆ। ਇਹ ਬੰਦਗੀ ਜਿਸ ਦਿਨ ਟੁੱਟ ਜਾਏਗੀ, ਜਿਸ ਦਿਨ ਨੇਮ ਟੁੱਟਣੇ ਸ਼ੁਰੂ ਹੋ ਜਾਣਗੇ ਸਿੱਖ ਦੇ, ਜਿਸ ਦਿਨ ਗੁਰੂ ਨਾਲ ਪ੍ਰੇਮ ਟੁੱਟਣੇ ਸ਼ੁਰੂ ਹੋ ਜਾਣਗੇ, ਮਹਾਰਾਜ ਕਹਿੰਦੇ ਅੱਤ ਦੀ ਖੁਸ਼ਬੂ, ਅੱਤ ਦੀ ਲਾਲੀ, ਅੱਤ ਦੀ ਚੌਗਿਰਦੀ, ਅੱਤ ਦੇ ਸੁੱਖ ਸੁਹੱਪਣ ਵੀ ਦੁੱਖਾਂ ਵਿੱਚ ਬਦਲਦਿਆਂ ਖਿੜਨੇ ਲੱਗਣਗੇ। ਬਸ ਸੋਮੇ ਨਾਲ ਜੁੜੇ ਰਹੀਏ। ਮਹਾਰਾਜ ਕਹਿੰਦੇ ਬਾਕੀ ਜਿੰਨੀ ਮਰਜ਼ੀ ਮਸ਼ੱਕਤ ਕਰੀਏ ਕਮਾਈ ਵਾਲੀ, ਜਿੰਨੀ ਮਰਜ਼ੀ ਘਾਲਣਾ ਘਾਲੀਏ, ਕਿਉਂ? ਜੇ ਸੋਮੇ ਨਾਲ ਜੁੜੇ ਰਵਾਂਗੇ ਖਿੜੇ ਰਵਾਂਗੇ। ਸੋਮੇ ਤੋਂ ਟੁੱਟ ਗਏ ਕੀ ਕਰਾਂਗੇ ਇੰਨਾ ਕੁਝ ਕਰਕੇ? ਫਿਰ ਮਹਾਰਾਜ ਕਹਿੰਦੇ ਫਿਰ ਦੁੱਖ ਹੀ ਦੁੱਖ ਨੇ। ਜਾਣਾ, ਜਾਣਾ ਦਾ ਮਤਲਬ ਜਿਸ ਤੋਂ ਮੈਂ ਲੈਂਦਾ ਸੀ ਪਾਣੀ ਨਾ ਲਹਾਂ। ਪੜਨਾ ਇਹ ਸਰਵਣ ਕਰੋ ਜੀ। ਜਾਣਾ ਪਾਣੀ ਨਾ ਲਹਾਂ, ਜੈਸੇ ਤੀ ਮੇਰਾ ਸੰਗ, ਜਿਤ ਡਿਠੈ ਤਨ ਪਰ ਫੁੜੈ, ਚੜੈ ਚਵਗਣ ਵਨ। ਜਿਸ ਤੋਂ ਮੈਂ ਪਾਣੀ ਲੈਂਦਾ ਸੀ ਹੁਣ ਮੈਂ ਨਹੀਂ ਲੈ ਰਿਹਾ। ਜੈਸੇ ਤੀ ਮੇਰਾ ਸੰਗ, ਜਿਹਦੇ ਨਾਲ ਸੰਗਤ ਸੀ, ਹੁਣ ਆਹ ਸੰਗਤ ਹੈ ਸਾਡੀ। ਜਿਤ ਡਿਠੈ ਤਨ ਪਰ ਫੜੈ, ਕਹਿੰਦੇ ਜਿਸ ਜਿਹਦੇ ਦੀਦਾਰ ਕੀਤੀਆਂ ਤਨ ਮਨ ਐ ਖਿੜ ਜਾਂਦਾ ਸੀ। ਚੜ੍ਹੈ ਚਵਗਨ ਵਨ, ਸੋਹਣਾ ਰੰਗ ਚੜ੍ਹਦਾ ਸੀ। ਹੁਣ ਗੁਰੂ ਦੇ ਦੀਦਾਰ ਹੀ ਨਹੀਂ ਰਹਿ ਗਏ। ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਕਿ ਇਸ ਧਰਤੀ ਦੇ ਲੋਕਾਂ ਨੂੰ ਅਲਾਮਤ ਗੁਰਬਤ, ਇਹਨਾਂ ਦੀ ਜ਼ਮੀਰਾਂ ਮਰ ਗਈਆਂ, ਇਹਨਾਂ ਦੇ ਅੰਦਰ ਇੱਜ਼ਤਾਂ ਮਰ ਗਈਆਂ ਨੇ। ਇਹ ਕਿਸੇ ਦੀ ਇੱਜ਼ਤ ਕੀ ਬਚਾਉਣਗੇ? ਇਹ ਤੇ ਆਪਣੀ ਇੱਜ਼ਤਾਂ ਤੋਂ ਵੀ ਬਚਾਉਣ ਵਾਲੇ ਰਹਿ ਗਏ ਨੇ। ਇਹਨਾਂ ਦੇ ਤਿਉਹਾਰਾਂ ਵਿੱਚ ਵੀ ਗਿਰਾਵਟ ਆ ਗਈ, ਇਹਨਾਂ ਦੇ ਜੀਵਨ ਵਿੱਚ ਵੀ ਗਿਰਾਵਟ, ਇਹਨਾਂ ਦੇ ਹਰ ਕਿਸਮ। ਤੇ ਮਹਾਰਾਜ ਕੀ ਕਹਿੰਦੇ ਹੁਣ ਤੁਹਾਨੂੰ ਸੰਪੂਰਨ ਬਣਾਵਾਂਗੇ ਖਾਲਸਾ ਰੂਪ। ਮਨੁੱਖਤਾਈ ਦਾ ਸੰਪੂਰਨ ਰੂਪ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਦੇ ਵਿੱਚ ਬਿਲਕੁਲ ਸਿਰਜਿਆ। ਫਿਰ ਕਿਹਾ ਕਿ ਤੁਹਾਡੇ ਫਰਜ਼ ਦੁਨੀਆ ਦੇ ਫਰਜ਼ ਨਾਲੋਂ ਬੜੇ ਬੜੇ ਮਹਿੰਗੇ ਨੇ ਭਾਈ। ਜੇ ਹੁਣ ਤੇ ਇਸ ਮਾਰਗ ਤੇ ਤੁਰਿਓ, ਫਿਰ ਇੱਥੇ ਹੋਲੀ ਨਹੀਂ, ਫਿਰ ਹੋਲਾ ਮਹੱਲਾ। ਇਹ ਐਸਾ ਤਿਉਹਾਰ ਹੈ। ਸਵੇਰੇ ਵੀ ਬੇਨਤੀ ਕੀਤੀ ਸੀ, ਹਰ ਕੋਈ ਚਾਹੁੰਦਾ ਇੱਕ ਦੂਸਰੇ ਦਾ ਮੂੰਹ ਕਾਲਾ ਕਰਨ ਲਈ, ਪਰ ਮੌਕਾ ਨਹੀਂ ਮਿਲਦਾ। ਬਸ ਇੱਕ ਦਿਨ ਕੱਲ੍ਹ ਦਾ ਦਿਨ ਆਉਣਾ ਹੈ, ਜਿਨ੍ਹਾਂ ਦੇ ਅੰਦਰ ਇੱਕ ਦੂਸਰੇ ਦਾ ਮੂੰਹ ਕਾਲਾ ਕਰਨ ਦੀ ਤਲਬ ਮਚੀ ਹੋਈ ਆ, ਫਿਰ ਮੂੰਹ ਤੇ ਰੰਗ ਮਲ ਕੇ ਆਉਂਦੇ ਆ। ਇਹ ਵੀ ਬੜੇ ਚੱਲਦੇ ਬਈ, ਬੜਾ ਕੁਛ ਚੱਲਦਾ ਇੱਥੇ ਤਿਉਹਾਰਾਂ ਦਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਜਿਹੜੇ ਲੋਕਾਂ ਦੇ ਅੰਦਰ ਵਾਸ਼ਨਾ ਸਿਖਰ ਤੱਕ ਭਰੀ ਹੋਈ ਹੈ, ਸਿਰ ਤੋਂ ਪੈਰ ਤੱਕ, ਉਹਨਾਂ ਨੂੰ ਕੱਲ੍ਹ ਦਾ ਦਿਨ ਮਿਲ ਜਾਂਦਾ ਮੌਕਾ। ਕਹਿੰਦੇ ਧੀਆਂ ਭੈਣਾਂ ਨੂੰ ਬੇਗਾਨੀਆਂ ਦੀ ਇੱਜ਼ਤਾਂ ਤੇ ਹੱਥ ਪਾਉਣ ਦੀ ਮੌਕਾ ਮਿਲ ਜਾਂਦਾ, ਲੀੜੇ ਕੱਪੜੇ ਪਾਉਣ ਦਾ ਮੌਕਾ ਮਿਲ ਜਾਂਦਾ ਜੀ। ਬੁਰਾ ਨਾ ਮੰਨੋ ਜੀ, ਹੋਲੀ ਹੈ ਜੀ, ਬੋਲਣ ਦਾ ਮੌਕਾ। ਮਹਾਰਾਜ ਕਹਿੰਦੇ ਇਸ ਗੁਰਬਤ ਵਾਲੀ ਜ਼ਿੰਦਗੀ 'ਚ ਸਿੱਖ ਨਹੀਂ ਜੀਏਗਾ। ਦੁਨੀਆ ਦੀ ਹੋਲੀ ਹੋ ਸਕਦੀ ਹੈ, ਤੇਰਾ ਹੋਲਾ ਹੋਏਗਾ। ਤੇਰਾ ਕੀ ਹੋਏਗਾ? ਤੂੰ ਖਲਖੰਡ ਬਿਹੰਡਨ, ਖਲਦਲ ਖੰਡਨ, ਅਤਮਨ ਰੰਡਨ ਬਰਬੰਡਨ, ਭੁਜ ਦੰਡ ਅਖੰਡਨ, ਤੇਜ ਪ੍ਰਚੰਡਨ, ਜੋਧ ਅਮੰਡਨ, ਭਾਨ ਪ੍ਰਭੰਗ, ਸੁਖ ਸੰਤਾ ਕਰਣੰ, ਦੁਰਮਤ ਦਰਣੰ, ਕਿਲਬਿਖ ਅਰਣੰ, ਕਿਲਬਿਖ ਹਰਣੰ, ਅਸਰਣੰ, ਜੈ ਜੈ ਜਕਾਰਣ, ਸ੍ਰਿਸ਼ਟ ਉਬਾਰੰ, ਮਨ ਪ੍ਰਤਾਰੰ, ਜੈ ਤੇਗੰ। ਦੁਨੀਆ ਦੇ ਲੋਕ ਇਸਤਾਂ ਨੂੰ ਹੱਥ ਪਾਉਣ ਦਾ ਮੌਕਾ ਲੱਭਣਗੇ। ਜਿਸ ਹਰਨਾਕਸ਼ ਤੇ ਪ੍ਰਹਿਲਾਦ ਦੀਆਂ ਬਾਤਾਂ ਕਰਦੇ ਨੇ, ਚੁਰਾਹੇ ਤੇ ਖੜ ਕੇ ਹੋਲਿਕਾ ਸਾੜਦੇ ਨੇ, ਉਹਦਾ ਉਪਦੇਸ਼ ਕੋਈ ਨਹੀਂ ਕਮਾਉਂਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਦਾ ਹੀ ਉਪਦੇਸ਼ ਕਮਾਉਣ ਦਾ ਜ਼ਿਕਰ ਕੀਤਾ ਕਿ ਉਸ ਤਰ੍ਹਾਂ ਪ੍ਰਹਿਲਾਦ ਬਣੋ। ਐਵੇਂ ਪ੍ਰਹਿਲਾਦ ਨਹੀਂ ਕੋਈ ਬਣ ਸਕਦਾ ਦੂਸਰਾਂ ਦੀ ਇੱਜ਼ਤਾਂ ਤੇ, ਜਾਂ ਗਫਲਤ ਦੇ ਸ਼ਿਕਾਰੀ ਹੋ ਕੇ, ਜਾਂ ਗੁਰਬਤ ਦੇ ਵਿੱਚ ਨਸ਼ਿਆਂ ਦੇ ਵਿੱਚ ਧੁੱਤ ਹੋ ਕੇ ਫਿਰਨਾ ਸੜਕਾਂ ਤੇ, ਦਹਿਸ਼ਤਗਰਦ ਨਹੀਂ। ਤੂੰ ਸ਼ਸਤਰਾਂ ਨੂੰ ਪਿਆਰ ਕਰ, ਹੋਲੇ ਮਹੱਲੇ ਵਾਲੇ ਦਿਨ ਉਹਨਾਂ ਨੂੰ ਤੂੰ ਪੂਜ, ਉਹਨਾਂ ਨੂੰ ਨਮਸਕਾਰ ਕਰ ਜਿਹੜੇ ਸੱਚੀ ਮੁੱਚੀ ਤੈਨੂੰ ਗੁਰੂ ਨੇ ਦੁਨੀਆ ਦੀ ਇੱਜ਼ਤ ਬਚਾਉਣ ਵਾਸਤੇ ਦਿੱਤੇ ਨੇ। ਤੂੰ ਦੂਜਿਆਂ ਦੀ ਇੱਜ਼ਤਾਂ ਤੇ, ਇਹਨੂੰ ਹੀ ਸਤਿਗੁਰੂ ਜੀ ਦੀ ਬਖਸ਼ਿਸ਼, ਇਹ ਬੜੀ ਕਿਰਪਾ ਹੈ ਜੀ। ਮਹਾਰਾਜ ਜੀ ਕਹਿੰਦੇ ਕਿ ਉਹਦੇ ਨਾਲ ਜੁੜ ਜਿਹਨੇ ਸਭ ਕੁਝ ਦਿੱਤਾ ਹੈ। ਇਸ ਕਰਕੇ ਕਿ ਜਿਤ ਡਿਠੈ ਤਨ ਪਰਫੁੜੈ, ਚੜ੍ਹੈ ਚਵਗਨ ਵਨ। ਜਿਹਦੇ ਡਿਠਿਆਂ ਤੇਰੇ ਜੀਵਨ ਦੇ ਵਿੱਚ ਲਾਲੀ ਆਏ ਨਾ, ਜਿਹਦੇ ਜੀਵਨ ਦੇ ਵਿੱਚ ਤੇਰੇ ਕਿ ਆਜ ਹਮਾਰੇ ਬਨੇ ਫਾਗ, ਪ੍ਰਭ ਸੰਗੀ ਮਿਲ ਖੇਲਨ ਲਾਗ, ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ। ਇਹ ਵਾਲਾ ਰੰਗ ਚੜੇ, ਉਹ ਕਾਰਜ ਕਰੀ ਜੀ। ਰਾਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਏ, ਗਿਆਨੀ ਜੀਵੈ ਸਦਾ ਸਦਾ, ਸੁਰਤੀ ਪਤ ਹੋਏ। ਦੁਨੀਆ ਦੇ ਵਿੱਚ ਬੰਦਾ ਕਹਿੰਦਾ ਇਹ ਹੋ ਜਾਏ, ਇਹ ਹੋ ਜਾਏ, ਇੰਨੀ ਉਮਰ 100 ਸਾਲ ਉਮਰ ਵੀ ਲੈ ਲੇ ਤਾਂ ਵੀ ਮਹਾਰਾਜ ਕਹਿੰਦੇ ਰੱਜ ਇੱਥੇ ਕੋਈ ਰੱਜ ਕੇ ਨਹੀਂ ਗਿਆ।
ਇੱਥੇ ਮਹਾਰਾਜ ਕਹਿੰਦੇ ਸਭ ਬੰਦੇ ਪੂਰੇ ਹੋ ਗਏ, ਕੰਮ ਪੂਰੇ ਨਹੀਂ ਹੋਏ, ਸਿੱਧੀ ਜੀ ਗੱਲ ਹੈ। ਅਸੀਂ ਇੱਕ ਦਿਨ ਕਹਿੰਦੇ ਜੀ ਪੂਰਾ ਹੋ ਗਿਆ, ਬੰਦਾ ਹੋ ਗਿਆ, ਪਰ ਕੰਮ ਨਹੀਂ ਪੂਰੇ ਹੋਣੇ, ਮਹਾਰਾਜ ਜੀ ਕਹਿੰਦੇ। इसी करके ये अक्सर मैं शेर वरतदा कि काम बहुत थे, काम होते भी चले गए, बस एक इबादत थी जो टलती रही। बंदा कहता चलो कर ही कर लांगे, ये काम कर लिए, कल कर लांगे, कल तो शुरू कर दें सुखमनी साहब, कल तो शुरू कर दें सहज पाठ, कल तो शुरू कर दें कल। मारे कहते बस रज ना कोई जीविया, भुख ही नहीं मिटी, कोई नहीं रजिया, इत्थे पहुंच ना चलिया कोई। बंदा कहता कोई अपने सारे मन के फुरनियां नूं पुगा के पुजिया होए, कहते दुनिया दे विच कोई ऐसा नहीं। हाँ, हैण विरले ना ही घणे, ज्ञानी जीवै सदा सदा। जिहड़ा सच्चे ज्ञान नूं कमा लैंदा है, सुरती ही पत होए, जिहदी सुरत शब्द विच जुड़ गई, वो असल दे विच पत कमा के इत्थों जांदा है। बाकी मेरे वर्गे इत्थों पत गवा के जाण वाले ने जी। सरफै सरफै सदा सदा एवै गई विहाए, नानक किसनो आखिए बिन पुछया ही लै जाए। जिन्नी मर्जी कंजूसी करके, सरफै कहंदे ऐ लूण दे उत्ते लूण प्रशादे ते लूण लग के खा लेना। वैसे सरफै क्या जी, सरफा करना, कंजूसी करना। अत दी महा कंजूसी नूं इनू बाणी दा इक्को लफ्ज आया, बहुते फेर पए किरपन को, किरपन आख्या। अब किछ किरपा की जाए, हो दयाल दर्शन दे हो अपना, ऐसी बख्श करी जाए। ते किरपा करो सच्चे पातशाह, ये अंदर दा जिहड़ा छप्पड़ ऐ टुट गया, ऐ छोटा जिहा बन गया, इनू दरिया करो। हुण महाराज जी कहंदे सरफै सदा सदा, सरफै सरफै सदा सदा कंजूसी करके। वैसे हाय हाय क्या, हाय हाय नहीं है, नहीं है, नहीं है, कट्ठा करी गया, इतना क गठिया कठिया मटिया, मट्टी विच दबे हुए ने, संग ना कछू लै जाए। मारे कहते सरफा करता रहा, इवें गई बहाए, सारी उम्र हाय हाय नहीं है, नहीं है, नहीं है। ओ भलिया किथे शुकर वल तुर, तू रब दी बंदगी कर, तू कोई चंगे कारज वाल तुर, तू देख। हुण अत दी लोकां ने अत चक्की, देखो करोना च मरदे पे लोकी, करन वाले तां भी नचोड़ी जा रहे ने, चूसी जा रहे ने। हॉस्पिटलों ने किन्नी अत कीती भाई, रहा रब दा ना, कन्नां नूं हथ लाइए। सरफै सरफै सदा सदा एवै गई बहाए, नानक किसनों आखिए विण पुछिया ही लै जाए। कंजूस बंदा सोचदा अजे है वेला, ओ वरतांगे, ओ वरतांगे, ओ करांगे, हजे नहीं, दुनिया लई नहीं है, ਉਹ ਆਪਣੇ ਲਈ ਹੈ ਕਰਾਂਗੇ। ਮਾਰੇ ਕਹਿੰਦੇ ਕਰਨ ਦੀ ਵਾਰੀ ਨਹੀਂ ਆਉਂਦੀ, ਜਦ ਜਿਨਕੀ ਚੀਰੀ ਦਰਗਾਹ ਪਾਟੀ ਤਿਨਾ ਮਰਨਾ ਭਾਈ ਦਾ ਸੱਚ। ਕਿਉਂਕਿ ਇਹ ਵਾਲਾ ਅਮਲ ਸਿਰਾਨੋ ਲੇਖਾ ਦੇਣਾ। ਕਹਿੰਦੇ ਆਏ ਕਠਨ ਦੂਤ ਜਮ ਲੈਣਾ, ਕਹਿੰਦੇ ਕਿਆ ਤੈ ਖਟਿਆ ਕਹਾ ਗਵਾਇਆ, ਚਲੋ ਸ਼ਤਾਬ ਦੀਵਾਨ ਬੁਲਾਇਆ। ਚੱਲ ਹੁਣ ਕਾਲੀ ਕਰ, ਹੁਣ ਵੇਲ ਨਹੀਂ। ਇਹਨੂੰ ਮਾਰੇ ਕਹਿੰਦੇ ਕਿ ਭਰਿਆ ਸੁੱਖ ਦਾ ਜੀਵਨ ਬਤੀਤ ਕਰ, ਐ ਆਨੰਦਮਈ ਕਿਰਪਨ ਕਠੋਰ ਵਾਲੀ ਬਿਰਤੀ ਥੋੜੀ ਜਿਹੀ ਘਟਾ, थोड़े विचों भी थोड़ा वंडिया जाएगा ना, वो असल फकीर दी बिरती होंदी है, वो साध दी, वो असल भगत है जी। दोष न दे हो राय नो, मत चले जा बुढ़ा होवे, गल्ला करे कनेरियां ता अन्ने पवना खाती टोवे। फिर हुण उस बंदे नूं राय कहंदे, रहीस बंदे नूं जिन्हें कट्ठी कर करके ਸਿਖਰ ਦੇ ਸਿਖਰ ਲਾਤੇ, ਐ ਤੂਤੀ ਵੱਜਦੀ ਹੈ ਜਿਹਦੀ। ਹੁਣ ਉਹਨੂੰ ਭਾਈ ਦੋਸ਼ ਨਾ ਦਿਓ ਕਿ ਤੂੰ ਅੰਤ ਵੇਲੇ ਕਿਉਂ ਨਹੀਂ ਸਿਮਰਨ ਕੀਤਾ ਰੱਬ ਦਾ। ਕਹਿੰਦੇ ਅੰਤ ਵੇਲੇ ਤਾਂ ਕੀਤਾ ਹੁੰਦਾ ਜੇ ਪੀਸਤ ਚਾਬਿਆ ਸੋਈ ਨਿਭਿਆ ਨਾਲ। ਜੇ ਸਮਝ ਲਿਆ ਹੁੰਦਾ ਕਿ ਚੱਕੀ ਪੀਂਦੇ ਪੀਂਦੇ ਜਿਹੜੇ ਦਾਣੇ 2-4 ਮੂੰਹ 'ਚ ਪਾਲੇ ਉਹੀ ਨਾਲ ਨਿਭਣ ਵਾਲੇ ਨੇ, ਬਾਕੀ ਆਟਾ ਲੈ ਕੇ ਨਿਕਲੀ ਬਾਹਰ ਤੇ ਤਿਲਕਿਆ ਪੈਰ ਤੇ ਚਿੱਕੜ ਦੇ ਵਿੱਚ ਸਾਰਾ ਭੋਏ ਦੇ ਵਿੱਚ ਗਿਰ ਗਿਆ। ਇਸ ਕਰਕੇ ਜੇ ਹੁਣੇ ਹੀ ਬੰਦਗੀ ਕਰਕੇ, ਹੁਣੇ ਹੀ गुरु के उपदेश कमा के जिन्ना क सतगुर दे रहा उन्हें च शुक्र मनाइए, भला लोचिए। संतोख है, अमीरी कमान तो बाद कभी संतोख कोई नहीं होता। जिन्ना क गुरु दे दे उस च सुख माणीए, सबर करिए। दोष ना दे हो राय नो, रजे होए बंदे नूं, राजे नूं, पैसे वाले नूं, मत चलै जां बूढ़ा होवै कि किथे ओ बुढ़ा हो ते ओही सोची बैठे बई हजे तो कमाउण दा वेला, हजे कोई रब करन दा थोड़ी वेला। कहते पता ही नहीं लगता किस वेले शरीर बुढ़ा हो गया। हुण रूदा कंठ शब्द नहीं उचरै, अब क्या कहे प्राणी। मत चलै हुण ते मत गवाच गई, हुण ते बुढ़ेपा सिर ते आ गया। कहते पग खिस्सै वाली अवस्था आ गई, गल्लां करे घनेरियां, बुजुर्गी च पैर पै गया।
ਤਾਂ ਵੀ ਉਹਦੀਆਂ ਮਾਇਆ ਵਾਲੀ ਗੱਲਾਂ ਹੀ ਨਹੀਂ ਮੁੱਕਦੀਆਂ, ਨਿੰਦਾ ਚਿੰਦਾ ਹੀ ਨਹੀਂ ਮੁੱਕਦੀ। ਹਜੇ ਵੀ ਮੁਖ ਤੋਂ ਵਾਹਿਗੁਰੂ ਨਹੀਂ ਨਿਕਲ ਰਿਹਾ, ਹਜੇ ਵੀ ਹਰ ਤੇ ਰਾਮ ਦੇ ਕੋਈ ਚੇਤਾ ਨਹੀਂ, ਹਜੇ ਵੀ ਬਸ ਅਰਲ ਬਰਲ ਦੀਆਂ ਰੋਲ ਘਚੋਲਾ ਹੀ ਹੈ, ਗੱਲਾਂ ਕਰੇ ਘਨੇਰੀਆਂ ਤਾਂ ਅੰਨੇ ਪਵਣਾ ਖਾਤੀ ਟੋਵੈ। ਕਹਿੰਦੇ ਅੰਨਾ ਹੋ ਕੇ ਕਹਿੰਦੇ ਟੋਇਆਂ ਦੇ ਵਿੱਚ ਹੀ ਪਏਗਾ ਜਾ ਕੇ, ਕਹਿੰਦੇ ਕਿਉਂਕਿ ਜਿਹੜਾ ਸਮਾਂ ਰੱਬ ਦਾ ਮਿਲਿਆ ਸੀ, ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੂਨ ਵਲਵਲ ਔਤਰੈ ਦੀ ਅਵਸਥਾ, ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ। ਅੱਜ ਦੇ ਅੱਜ ਹੀ ਚੇਤੇ ਕਰੀਏ ਜੀ। ਪੂਰੇ ਕਾ ਕੀਆ ਸਭ ਕਿਛ ਪੂਰਾ, ਘਟ ਵੱਧ ਕਿਛ ਨਾਹੀ, ਨਾਨਕ ਗੁਰਮੁਖ ਐਸਾ ਜਾਣੈ, ਪੂਰੇ ਮਾਹੇ ਸਮਾਹੀ। ਕੋਈ ਵਿਰਲੇ ਨੇ, ਕੋਈ ਵਿਰਲੇ ਨੇ, ਭਾਵੇਂ ਉਹ ਸਰਫੇ ਦਾ ਵੀ ਛਕਦੇ ਹੋਣ ਪ੍ਰਸ਼ਾਦਾ, ਪਰ ਗੁਰੂ ਦੇ ਭਾਣੇ ਦੇ ਵਿੱਚ ਐ ਆਨੰਦ ਵਿੱਚ ਰਹਿੰਦੇ ਨੇ। ਬਸ ਕੀਤਾ ਕਰਨਾ ਸਰਬ ਰਜ਼ਾਈ, ਆਨੰਦ ਵਿੱਚ ਰਹਿੰਦੇ ਨੇ, ਸਬਰ ਕਰਕੇ ਰਹਿੰਦੇ ਨੇ। ਧੰਨ ਗੁਰੂ ਅਰਜੁਨ ਸਾਹਿਬ ਦੇ ਭਾਈ ਭਿਖਾਰੀ ਵਰਗੇ ਸਿੱਖ ਵੀ ਨੇ, ਭਾਈ ਬੰਨੋ ਵਰਗੇ ਸਿੱਖ ਵੀ ਨੇ, ਗੁਰੂ ਕੇ ਪਿਆਰ ਦੇ ਵਿੱਚ ਜੁੜੇ ਹੋਏ, ਜਿਹੜੇ ਕਰਤਾਰ ਦੇ ਹੁਕਮ ਨੂੰ ਪੂਰੇ ਕਾ ਕੀਆ ਸਭ ਕੁਛ ਪੂਰਾ। ਉਹ ਕਹਿੰਦੇ ਜੀ ਪੂਰਾ ਹੀ ਹੈ ਸਭ ਕੁਝ, ਘੱਟ ਵੱਧ ਕਿਛ ਨਾ ਹੀ। ਉਹਨੇ ਕੋਈ ਗਲਤ ਨਹੀਂ ਕਰਨਾ, ਉਹਨੇ ਕੋਈ ਵਾਧਾ ਘਾਟਾ ਵਾਲਾ ਨਹੀਂ ਕਰਨਾ ਜੀ, ਇਹਦੇ ਵਿੱਚ ਉਹ ਇਹ ਕਿਉਂ ਕਰਤਾ ਜੀ, ਮੇਰਾ ਘਾਟਾ ਹੋ ਗਿਆ, ਇਵੇਂ ਹੁੰਦਾ ਤੇ ਮੇਰਾ ਵਾਧ ਨਾ ਨਾ ਨਾ। ਉਹਨੇ ਜੋ ਕੀਤਾ ਉਹਦਾ ਹੁਕਮ ਪੂਰਾ ਹੈ। ਨਾਨਕ ਗੁਰਮੁਖ ਐਸਾ ਜਾਣੈ, ਕੋਈ ਵਿਰਲਾ ਗੁਰੂ ਦੇ ਸਨਮੁਖ ਬੈਠਣ ਵਾਲਾ ਐਸਾ ਸਿੱਖ ਹੈ, ਜਿਗਿਆਸੂ ਹੈ, ਜਿਹੜਾ ਉਹਦੇ ਹੁਕਮ ਨੂੰ ਜਾਣ ਲੈਂਦਾ ਹੈ। ਭਾਈ ਜੋ ਕੁਛ ਹੋ ਰਿਹਾ ਨਾ, ਭਾਣੈ ਉਜੜ ਭਾਣੈ ਰਾਹ, ਭਾਣੈ ਹਰ ਗੁਣ ਗੁਰਮੁਖ ਗਾਵਾਹ, ਇਹ ਸਭ ਕੁਛ ਭਾਣੈ, ਇਹ ਉਹਦੀ ਰਜ਼ਾ ਹੈ, ਇਹ ਹੁਕਮੇ ਅੰਦਰ ਸਭ ਕੋ। ਇਹ ਜਿਹੜਾ ਇਸ ਤਰ੍ਹਾਂ ਜਾਣ ਲੈਂਦਾ ਪੂਰੇ ਮਾਹੇ ਸਮਾਹੀ, ਉਹ ਪੂਰੇ ਦੇ ਹੁਕਮ ਵਿੱਚ ਸਮਾਉਂਦਾ ਹੈ ਜੀ। ਸ਼ਲੋਕ ਮਹਿਲਾ ਤੀਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਅਭਿਆਗਤ ਇਹ ਨਾ ਆਖੀਐ, ਜਿਨ ਕੈ ਮਨ ਮਹਿ ਭਰਮ, ਤਿਨ ਕੇ ਦਿੱਤੇ ਨਾਨਕਾ, ਤੇਹੋ ਜਿਹਾ ਧਰਮ। ਅਭਿਆਗਤ ਅਸਲ ਦੇ ਵਿੱਚ ਇਹ ਲਫ਼ਜ਼ ਉਹਨਾਂ ਨੇ ਲਈ ਵਰਤਿਆ ਗਿਆ ਜਿਹੜਾ ਇਸ ਸੰਸਾਰ ਨੂੰ ਪ੍ਰਾਹੁਣਾਚਾਰੀ ਮੰਨਦੇ ਨੇ ਜਾਂ ਧਰਮਸਾਲ ਹੀ ਮੰਨਦੇ ਨੇ, ਕਿ ਅਸੀਂ ਪ੍ਰਾਹੁਣੇ ਦੀ ਤਰ੍ਹਾਂ ਇੱਥੇ ਆਏ ਹਾਂ ਤੇ ਖਾਲੀ ਹੱਥ ਆਏ ਹਾਂ ਤੇ ਖਾਲੀ ਹੱਥ ਹੀ ਜਾਣਾ। ਹਾਂ ਜੇ ਕੁਛ ਜਾਣਾ ਤੇ ਰੱਬ ਦੀ ਬੰਦਗੀ ਜਾਣੀ। ਪਰ ਮਹਾਰਾਜ ਕਹਿੰਦੇ ਐਵੇਂ ਸੜਕਾਂ ਤੇ ਗਲੀਆਂ 'ਚ ਘੁੰਮਣ ਵਾਲੇ ਭਗਵੇ ਕੱਪੜੇ ਪਾਏ ਤੇ ਚਿੱਟੇ ਕੱਪੜੇ ਜਾਂ ਸਿਰ ਤੇ ਕੁਝ ਲਾਇਆ ਜਾਂ ਤੂਤੀਆਂ ਵਜਾਉਂਦੇ ਹੋਏ, ਉਹਨਾਂ ਨੂੰ ਕਿੱਥੇ ਤੁਸੀਂ ਸੱਚੇ ਸਾਧਨਾ ਸਮਝ ਬੈਠੇ ਹੋ ਕਿ ਇਹ ਨਹੀਂ ਜੀ ਅਸੀਂ ਤੁਹਾਡਾ ਭਵਿੱਖ ਦੱਸਦੇ ਹਾਂ। ਤੁਹਾਡਾ ਹੱਥ ਬੰਦਾ ਕਹਿੰਦਾ ਲਿਆਓ ਜੀ, ਫਿਰ ਦੱਸੋ ਕੀ ਹੋਏਗਾ, ਸਾਡੇ ਨਾਲ ਘਰ ਵਾੜ ਲੈਂਦਾ ਜੀ, ਸਭ ਕੁਝ ਹੋ ਜਾਂਦਾ, ਫਿਰ ਲੁੱਟ ਕੇ ਵੀ ਲਿਆ ਜਾਂਦੇ ਕਈ ਵਾਰੀ। ਮਹਾਰਾਜ ਕਹਿੰਦੇ ਉਹਨੂੰ ਪੁੱਛੋ ਜਿਹੜਾ ਦੂਜਿਆਂ ਦਾ ਭਵਿੱਖ ਦੱਸ ਰਿਹਾ ਤੇ ਆਪ ਸੜਕੋ ਸੜਕੀ ਹੋਇਆ ਕਿਉਂ ਫਿਰਦਾ, ਆਪ ਕਿਉਂ ਫਿਰ ਸੜਕਾਂ ਨਾਪਦਾ ਫਿਰਦਾ। ਭਾਈ ਜੇ ਤੂੰ ਉਹਦਾ ਸਵਾਰ ਦੇਣਾ, ਮੇਰਾ ਆਪਣਾ ਕਿਉਂ ਨਹੀਂ ਸਵਾਰਿਆ। ਅਭਿਆਗਤ ਅਸਲ ਉਹ ਸਾਧ ਨਹੀਂ ਹੈ। ਅਭਿਆਗਤ ਇਹ ਨਾ ਆਖੀ ਹੈ ਜਿਨ ਕੈ ਮਨ ਮਹਿ ਭਰਮ, ਜਿਹਦੇ ਮਨ ਵਿੱਚ ਭੁੱਖ ਤੇ ਭਰਮ ਹੀ ਹੈ, ਰੱਜਿਆ ਹੀ ਨਹੀਂ, ਹਾਏ ਹਾਏ ਹੀ ਆ, ਦੇ ਦਿਓ ਜੀ ਦੇ ਦਿਓ, ਭਿੱਖ ਮੰਗਾ ਵਾਲਾ ਕੰਮ ਹੈ ਜੀ। ਬਸ ਕੋਈ ਉਦਮ ਕੋਈ ਉਪਰਾਲਾ ਨਹੀਂ, ਮਸ਼ੱਕਤ ਵਾਲੀ ਘਾਲਾ ਨਹੀਂ। ਤਿਨ ਕੇ ਦਿੱਤੇ ਨਾਨਕਾ, ਤੇਹੋ ਜਿਹਾ ਕਰਮ, ਇਹੋ ਜੇ ਦਿੱਤੇ ਦਾਨ ਵੀ ਕਹਿੰਦੇ ਕੋਈ ਫਲ ਨਹੀਂ ਲੱਗਦੇ। ਇਹੋ ਜਿਹੇ ਨੂੰ ਦਿੱਤਾ ਦਾਨ ਵੀ ਇਹੋ ਜਿਹੇ ਹੀ ਕਰਮਾਂ 'ਚ ਜਾਂਦਾ, ਢੱਠੇ ਖੂਹ 'ਚ ਜਾਂਦਾ। ਸਿੱਧੀ ਜੀ ਗੱਲ ਪੰਜਾਬੀ 'ਚ ਲਫ਼ਜ਼ ਕਹਿੰਦੇ ਜਿਹਦੀ ਅਵਸਥਾ ਅਭਿਆਗਤ ਵਾਲੀ ਹੈ ਹੀ ਨਹੀਂ, ਭੁੱਖ ਦੇ ਵਿੱਚ ਦਿੱਤਾ ਭਾਵ ਮੰਗਿਆ ਹੋਇਆ ਤੇ ਭੁੱਖੇ ਨੂੰ ਦਿੱਤਾ ਹੋਇਆ, ਕਿ ਜਿਹੜਾ ਸੱਚੀ ਮੁੱਚੀ ਅੰਦਰ ਤ੍ਰਿਸ਼ਨਾ ਦੀ ਇੰਦਰੀਆਂ ਦਾ ਰਜਿਆ ਨਹੀਂ ਹੋਇਆ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬੜਾ ਕਮਾਲ ਦਾ ਬਚਨ ਹੈ ਕਾਲ ਉਸਤਤ ਦੇ ਵਿੱਚ, ਕਹਿੰਦੇ ਇੱਕ ਅਭਿਆਗਤ ਬਣਿਆ, ਕਹਿੰਦਾ ਜੀ ਮੈਂ ਸਾਰਾ ਘਰ ਤਿਆਗਤਾ, ਘਰ-ਬਾਰ ਤਿਆਗ ਕੇ ਤੇ ਪਹਾੜਾਂ ਦੀ ਕੰਦਰਾਂ ਤੇ ਚਲਾ ਗਿਆ। ਦਿਨੇ ਜਾਂਦਾ ਮੰਗਣ ਵਾਸਤੇ ਦੀਕਸ਼ਾ ਲੈਣ। ਕਹਿੰਦੇ ਜਿਨ੍ਹਾਂ ਦੇ ਘਰਾਂ ਤੋਂ ਦੀਕਸ਼ਾ ਲੈ ਕੇ ਆਉਂਦਾ, ਉਹਨਾਂ ਘਰਾਂ ਦੀਆਂ ਇਸਤਰੀਆਂ ਨੂੰ ਫਿਰ ਰਾਤੀ ਬਹਿ ਕੇ ਮਨ ਦੇ ਵਿੱਚ ਸੋਚਦਾ। ਇਹ ਮਹਾਰਾਜ ਜੀ ਨੇ ਬੜੀ ਖੁੱਲ੍ਹ ਕੇ ਗੱਲ ਕੀਤੀ ਹੈ ਭਾਈ। ਬਿਲਕੁਲ ਇਹਨੂੰ ਵਿਕਾਰਾਂ ਤੇ ਵਾਸ਼ਨਾ ਤੋਂ ਉੱਤੇ ਉੱਠ ਕੇ ਸਮਝਿਓ, ਇਹਨੂੰ ਸਮਝਿਓ ਕਿ ਮਨ ਕਿੱਥੇ ਹੈ, ਮਨ ਦੇ ਅੰਦਰ ਕਿਹੜਾ ਭਰਮ ਚੱਲ ਰਿਹਾ। ਬਾਹਰੋਂ ਕੱਪੜੇ ਪਾ ਲਏ, ਬਾਹਰੋਂ ਸਾਧੂ ਕਹਾ ਲਿਆ, ਸੰਤ ਕਹਾ ਲਿਆ, ਸਾਧ ਕਹਾ ਲਿਆ, ਨਹੀਂ। ਤਿਨ ਕੇ ਦਿੱਤੇ ਨਾਨਕਾ, ਉਹਨਾਂ ਨੂੰ ਦਿੱਤਾ ਹੋਇਆ ਦਾਨ ਵੀ ਮਹਾਰਾਜ ਕਹਿੰਦੇ ਤੇਹੋ ਜਿਹਾ ਧਰਮ, ਉਹੋ ਜਿਹਾ ਹੀ ਹੋਏਗਾ ਕੋਈ। ਕਿਉਂਕਿ ਅਸਲ ਸੰਤ ਤੇ ਸਾਧ ਦਾ ਦਾਨ ਜਿਹੜਾ ਹੈ ਨਾ, ਉਹ ਫਿਰ ਕਿਹੜਾ ਹੁੰਦਾ ਹੈ, ਉਹ ਅੱਗੇ ਸਰਵਣ ਕਰੋ। ਉਹ ਕੋਈ ਭੁੱਖਾਂ ਵਾਲਾ ਦਾਨ ਨਹੀਂ ਹੁੰਦਾ, ਉਹ ਕੋਈ ਦਮੜੀ ਚਮੜੀ ਵਾਲਾ ਨਹੀਂ ਹੁੰਦਾ। ਉਹ ਸਤਿਗੁਰੂ ਜੀ ਸਮਝਾਉਂਦੇ ਨੇ ਜੀ। ਅਭੈ ਨਿਰੰਜਨ ਪਰਮ ਪਦ, ਤਾਕਾ ਭੀਖਕ ਹੋਏ,
तिसका भोजन नानका विरला पाए कोय। ਅਪ ਹੈ ਜਿਹੜਾ ਰੱਬ ਹੈ, ਨਿਰਅੰਜਨ ਮਾਇਆ ਤੋਂ ਨਿਰਲੇਵ ਹੈ, ਉਹਦੀ ਸਿਮਰਨ ਵਿੱਚ ਜੁੜਿਆ ਹੋਇਆ ਪਰਮ ਪਦਵੀ ਨੂੰ ਹਾਸਲ ਕਰਨ ਵਾਲਾ ਤਾਕਾ ਭੀਖਕ ਹੋਏ, ਜਿਹੜਾ ਦੁਨੀਆ ਤੋਂ ਮੰਗਣ ਵਾਲਾ ਭਿਖਾਰੀ ਨਾ ਹੋਏ, ਜਿਹੜਾ ਕਹੇ ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ, दाता ਤੂੰ ਦੇਣ ਵਾਲਾ ਹੈ ਨਿਜ ਦਾ ਆਨੰਦ ਤੇ ਪਤ ਇੱਜ਼ਤ, ਤੇ ਦੁਨੀਆ ਦੇ ਲੋਕਾਂ ਤੋਂ ਨਾ ਮੰਗਦਾ ਫਿਰੇ। ਨਹੀਂ, ਉਹ ਹੈ ਅਸਲ ਅਭਿਆਗਤ। ਅਭੈ ਨਿਰੰਜਨ ਪਰਮ ਪਦ ਤਾਕਾ ਭੀਖਕ ਹੋਏ। ਤਾਕਾ ਵਾਹਿਗੁਰੂ ਦਾ ਭੀਖਕ, ਜਿਹੜਾ ਨਿਰੰਜਨ ਹੈ, ਅਭੈ ਹੈ, ਪਰਮ ਪਦ ਦੇਣ ਵਾਲਾ ਹੈ। ਤਿਸਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ। ਇੱਕ ਤੇ ਉਹਦੀ ਸੰਗਤ, ਉਹ ਭੁੱਖਾ ਨਹੀਂ ਹੁੰਦਾ ਭੋਜਨ ਦਾ। ਜੇ ਤੁਸੀਂ ਉਹਦੀ ਸੰਗਤ ਵਿੱਚ ਬੈਠੋਗੇ, ਉਹ ਤੁਹਾਨੂੰ ਰੱਬ ਦੀ ਬੰਦਗੀ ਦਾ ਭੋਜਨ ਕਰਾ ਕੇ ਜਾਏਗਾ। ਉਹ ਤੁਹਾਡੇ ਕੋਲੋਂ ਕੋਈ ਭੋਜਨ ਖਾਣ ਦਾ ਭੁੱਖਾ ਨਹੀਂ ਹੋਏਗਾ, ਉਹ ਤੁਹਾਨੂੰ ਐਸਾ ਭੋਜਨ ਦੇ ਕੇ ਜਾਏਗਾ ਜਿਹਦੇ ਕਰਕੇ ਤੁਸੀਂ ਰੱਜ ਜਾਓਗੇ। ਤੇ ਉਹਨੂੰ ਖਿਲਾਇਆ ਹੋਇਆ ਭੋਜਨ ਵੀ ਮਹਾਰਾਜ ਕਹਿੰਦੇ ਤਿਸਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ। ਕੋਈ ਵਿਰਲਾ ਇਹੋ ਜਿਹਾ ਸੰਤ ਸਾਧ ਅਭਿਆਗਤ ਹੈ ਜੀ। ਹੋਵਾਂ ਪੰਡਿਤ ਜੋਤ ਕੀ ਵੇਦ ਪੜ੍ਹਾ ਮੁਖ ਚਾਰ। ਨਵਾਂ ਖੰਡਾਂ ਵਿੱਚ ਜਾਣੀਆਂ ਆਪਣੇ ਚੱਜ ਵਿਚਾਰ। ਮਹਾਰਾਜ ਕਹਿੰਦੇ ਭਾਵੇਂ ਪੰਡਿਤ ਹੋ ਜਾ, ਭਾਵੇਂ ਜੋਤਸ਼ੀ ਵਿਦਿਆ ਦੀਆਂ ਗ੍ਰੰਥਾਂ ਕਿਤਾਬਾਂ ਨੂੰ ਰੱਟ ਲੈ, ਭਾਵੇਂ ਹੱਥਾਂ ਦੀ ਪੈਰਾਂ ਦੀ ਕਿ ਮੱਥੇ ਦੀਆਂ ਲਕੀਰਾਂ ਦੇਖਣ ਵਾਲਾ ਹੋ ਜਾ, ਵੇਦ ਪੜਾ ਮੁਖਚਾਰ ਚਾਰੇ ਵੇਦਾਂ ਦਾ ਤੂੰ ਗਿਆਤਾ ਰੱਟਣ ਵਾਲਾ ਰੱਟ ਲੈ। ਐ ਪੜ ਪੜ ਕੇ ਮੰਤਰ ਤੈਨੂੰ ਐ ਮੂੰਹ ਤੇ ਫਿਰਨ, ਪਰ ਯਾਦ ਰੱਖੀ ਨਵਾਂ ਖੰਡਾਂ ਵਿੱਚ ਜਾਣੀਆਂ। ਤੂੰ ਸੋਚੇ ਤੇਰਾ ਨਾਮ ਨਵਾਂ ਖੰਡਾਂ ਦੇ ਵਿੱਚ ਚੁਵੇਦੀ ਕਰਕੇ ਹੋਏ, ਚਾਰ ਵੇਦੀ ਕਰਕੇ, ਜਾਂ ਬਹੁਤ ਵੱਡਾ ਸੰਤ, ਬੜਾ ਵੱਡਾ ਬ੍ਰਹਮ ਗਿਆਨੀ ਕਰਕੇ ਹੋਏ। ਮਹਾਰਾਜ ਕਹਿੰਦੇ 2-4 ਦਿਨ ਤੇਰਾ ਨਾਮ ਹੋ ਵੀ ਗਿਆ ਤੇ ਕੀ ਹੋ ਗਿਆ? ਨਵਾਂ ਖੰਡਾਂ ਵਿੱਚ ਜਾਣੀਆਂ ਆਪਣੇ ਚੱਜ ਵਿਚਾਰ। ਜਿਹੜੇ ਚੱਜ ਆਚਾਰ ਤੂੰ ਲਈ ਫਿਰਦਾ ਨਾ, ਜਿਹੋ ਜੇ ਕਰਮ ਕਰਦਾ, ਯਾਦ ਰੱਖੀ ਦੁਨੀਆ ਨੇ ਤੇਰਾ ਉਹੀ ਨਾਮ ਪਾ ਦੇਣਾ। ਜਿੰਨੇ ਮਰਜ਼ੀ ਤੂੰ ਗ੍ਰੰਥਾਂ ਵੇਦਾਂ ਨੂੰ ਯਾਦ ਕਰ, ਅਸਲ ਦੀ ਗੱਲ ਹੈ ਕਿ ਜਿਹੜੇ ਕਰਮ ਸਾਡੇ ਨੇ ਸੱਚੋ ਔਰ ਹੈ ਸਭ ਕੋ ਉੱਪਰ ਸੱਚ ਆਚਾਰ। ਸੱਚ ਜੀਵਨ ਆਚਾਰ ਸਾਡੀ ਜਿਹੜੀ ਜੀਵਨ ਜਾਚ ਹੈ, ਉਹਨੂੰ ਸਿੱਖਣ ਵਾਸਤੇ ਮਹਾਰਾਜ ਜੀ ਉਦਮ ਕਰਦੇ। ਇਕੱਲੀ ਬਾਣੀ ਪੜ੍ਹ ਲੈਣੀ ਸਿੱਖ ਦਾ ਫਰਜ਼ ਨਹੀਂ। ਠੀਕ ਹੈ, ਮੁਬਾਰਕ ਹੈ, ਰੱਜ ਕੇ ਵੱਧ ਤੋਂ ਵੱਧ ਬਾਣੀ ਪੜ੍ਹੋ, ਪਰ ਸਤਿਗੁਰ ਤੋਂ ਝੋਲੀ ਅੜੀਏ ਕਿ ਗੁਰਬਾਣੀ ਬਣੀ ਹੈ, ਕਿ ਗੁਰਬਾਣੀ ਵਿੱਚ ਜਿਹੜੇ ਗੁਣ ਸਤਿਗੁਰ ਜੀ ਦੱਸੇ ਨੇ, ਉਹ ਗੁਣ ਸਾਡੇ ਹਿਰਦਿਆਂ ਵਿੱਚ ਵਸ ਜਾਣ। ਸਤਿਗੁਰ ਜੀ ਭਲੀ ਕਰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਰੋੜਾਂ ਵਾਰੀ ਸ਼ੁਕਰਾਨਾ। ਧੰਨ ਸੱਚੇ ਪਾਤਸ਼ਾਹ ਜੀ ਦੀ ਅਗਮੀ ਬਾਣੀ ਗਾਉਣ ਵਾਲੇ ਗੁਰੂ ਕੇ ਸਿੱਖੋ, ਗੁਰੂ ਰੂਪ ਪ੍ਰਭੂ ਰੂਪ ਸਾਧ ਸੰਗਤ ਜੀ, ਆਪ ਜੀ ਦਾ ਧੰਨਵਾਦ। ਆਪ ਜੁੜ ਕੇ ਬੈਠਦੇ ਹੋ, ਪੋਥੀਆਂ ਲੈ ਕੇ ਬੈਠਦੇ ਹੋ, ਕੁਛ ਵੱਖਰੀ ਰੰਗਤ ਵਰਤਦੀ ਹੈ। ਅਰਸ਼ਾਂ ਦੇ ਦੇਵਤਿਆਂ ਦੀ ਇਹ ਰੰਗਤ ਵਰਤਦੀ ਹੈ ਕਿ ਇੱਥੋਂ ਸੱਚੀ ਮੁੱਚੀ ਕੋਈ ਅਰਸ਼ੀ ਨੂਰ ਵਰਤ ਰਿਹਾ। ਇਹ ਆਪ ਸੰਗਤਾਂ ਦੀਆਂ ਸੀਸਾਂ ਸਦਕਾ ਕਾਰਜ ਹੋ ਰਿਹਾ। ਭਾਈ ਸਾਹਿਬ ਜੀ ਦਾ ਧੰਨਵਾਦ ਹੈ। ਆਓ ਜੀ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਤਜਿੰਦਰ ਸਿੰਘ ਜੀ ਪਾਸੋਂ ਅੱਜ ਹੋਲੇ ਮਹੱਲੇ ਦੀ ਵਿਚਾਰ ਨੂੰ ਸਰਵਣ ਕਰੀਏ। ਮੈਂ ਬਹੁਤਾ ਸਮਾਂ ਨਾ ਲਵਾਂ, 2-4 ਮਿੰਟ ਉੱਤੇ ਹੋ ਗਿਆ, ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सरवरे कायनात मुजस्समे आबे हयात शबद गुरु खंडा ब्रह्मंडा दे मालक धन धन साहिब श्री गुरु ग्रंथ साहिब महाराज जी की हजूरी विच बैठी साध संगत जी, आओ गुरदेव पातशाह जी की बख्शी फतेह बुलंद करिए जी। गज के आखो जी वाहिगुरू जी का खालसा, वाहिगुरू जी की फतेह। औरन की होली मम होला, किरपा निज कहियो बचन अमोला। जदों 1 चेत 1700 ईस्वी नूं गुरु